ਜਿਹੜਾ ਹੈ ਇਹਦੇ ਵਿੱਚ ਭੰਗ ਨਾ ਪਾ, ਹੁਣ ਗ੍ਰਿਸਤ ਵੱਲ ਨੂੰ ਨਾ ਮੁੜ ਕੇ ਤੱਕ। ਤੇ ਆਪਣੀ ਗੋਦੜੀ ਵੀ ਭਰਥਰੀ ਜੀ ਉੱਥੇ ਹੀ ਭੇਟ ਕਰਕੇ ਫਿਰ ਵਾਪਸ ਮੁੜ ਗਏ ਸੀ ਕਿ ਨਹੀਂ ਹੁਣ ਮੈਂ ਇਸ ਜੰਜਾਲ ਵਿੱਚ ਨਹੀਂ ਫਸਣਾ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਨਾਲ ਨਿਹਾਲ ਹੋਏ ਸੀ। ਫਿਰ ਸਾਧ ਸੰਗਤ ਜੀ ਇੰਦਰੇ ਵਿਰਾਗ ਹੁੰਦਾ, ਇੰਦਰੇ ਵਿਰਾਗ ਹੁੰਦਾ, ਬਾਹਰੋਂ ਇੰਦਰੀਆਂ ਦਾ ਦਮਨ ਕਰ ਲੈਣਾ, ਨੇਤਰਾਂ ਨੂੰ ਰੂਪ ਵੇਖਣ ਤੋਂ ਰੋਕ ਲੈਣਾ, ਕੰਨਾਂ ਨੂੰ ਗੀਤ ਸੁਣਨ ਤੋਂ ਰੋਕ ਲੈਣਾ, ਜ਼ਬਾਨ ਨੂੰ ਬੋਲਾ ਬੋਲਣ ਤੋਂ ਰੋਕ ਲੈਣਾ, ਤੇ ਨੱਕ ਨੂੰ ਸੁਗੰਧੀਆਂ ਦੇ ਵਿੱਚ ਵਿਚਰਨ ਤੋਂ ਰੋਕ ਲੈਣਾ। ਪਰ ਸਾਧ ਸੰਗਤ ਜੀ ਅੰਦਰੋਂ ਮਨ ਨਾ ਰੋਕ ਪਾਉਣਾ, ਵਕਾਰ ਮਨ ਕਰਕੇ ਉੱਠਦੇ ਹੀ ਰਹਿਣੇ। ਇਹ ਸਾਧ ਸੰਗਤ ਜੀ ਕੀ ਹੈ, ਇਹਨੂੰ ਇੰਦਰੇ ਵਿਰਾਗ ਕਹਿੰਦੇ ਆ। ਫਿਰ ਸਾਧ ਸੰਗਤ ਜੀ ਜਿਹੜਾ ਮਨ ਦੇ ਉੱਤੇ ਪਹਿਰਾ ਰੱਖਣਾ, ਹੌਲੀ ਹੌਲੀ ਮਨ ਦੇ ਉੱਤੇ ਪਹਿਰਾ ਲਾਉਂਦੇ ਆ ਕਿ ਮੈਂ ਅੱਜ ਕਿੰਨੇ ਗੁਣ ਧਾਰਨ ਕੀਤੇ ਆ, ਕਿੰਨੇ ਔਗਣ ਧਾਰਨ ਕੀਤੇ ਆ। ਇਹ ਸਾਧ ਸੰਗਤ ਜੀ ਮਨ ਦੇ ਰੋਕਣ ਦਾ ਵਿਰਾਗ ਹੁੰਦਾ ਹੈ। ਤੇ ਹੌਲੀ ਹੌਲੀ ਜਦੋਂ ਮਨ ਰੁਕਦਾ ਉਹਨਾਂ ਨੂੰ ਤਰ ਵਿਰਾਗ ਪ੍ਰਾਪਤ ਹੋਣਾ ਸ਼ੁਰੂ ਹੋ ਜਾਂਦਾ ਹੈ। ਫਿਰ ਜਦੋਂ ਸੰਸਾਰ ਦੇ ਹੀ ਸਾਰੇ ਪਦਾਰਥ ਜਿਹੜੇ ਆ ਨਾਸ਼ਵੰਤ ਭਾਸਣ ਲੱਗ ਜਾਂਦੇ ਆ, ਇਹ ਸਾਧ ਸੰਗਤ ਜੀ ਜਿਹੜਾ ਹੈ ਤਰ ਤੀਬਰ ਵਿਰਾਗ ਹੁੰਦਾ ਹੈ। ਬ੍ਰਹਮ ਲੋਕ ਤੱਕ ਸਾਰੇ ਪਦਾਰਥ ਜਿਹੜੇ ਆ ਉਹ ਨਾਸ਼ਵੰਤ ਭਾਸਦੇ ਆ, ਉਹ ਤਰ ਤੀਬਰ ਤੇ ਤਰਤਮ ਵਿਰਾਗ ਹੁੰਦਾ ਹੈ। ਜਦੋਂ ਕੁਛ ਵੀ ਹੋਰ ਮਹਾਰਾਜ ਤੋਂ ਬਿਨਾਂ ਚੰਗਾ ਨਹੀਂ ਲੱਗਦਾ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਸਭ ਤੋਂ ਵੱਡਾ ਸਾਧਨ ਭਾਈ ਗੁਰਸਿੱਖੋ ਵਿਰਾਗ ਹੈ। ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਜੇ ਮਾਇਆ ਸਗਲੀ ਤਜੀ ਲਿਓ ਭੈਖ ਬੈਰਾਗ। ਸਤਿਗੁਰੂ ਕਹਿੰਦੇ ਭਾਈ ਜਿਨ੍ਹਾਂ ਨੇ ਮਾਇਆ ਸਾਰੀ ਜਿਸ ਨੇ ਤਿਆਗ ਦਿੱਤੀ ਹੈ ਤੇ ਵਿਰਾਗ ਦਾ ਭੇਖ ਮਹਾਰਾਜ ਕਹਿੰਦੇ ਭਾਈ ਧਾਰਨ ਕਰ ਲਿਆ ਹੈ। ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨੇ ਉਸ ਦੇ ਮਸਤਕ ਦੇ ਉੱਚੇ ਚੰਗੇ ਭਾਗ ਹਨ ਜਿਹਨੂੰ ਭਾਈ ਇਹ ਵਿਰਾਗ ਦਾ ਸਰੂਪ ਪ੍ਰਾਪਤ ਹੋਇਆ ਹੈ। ਤੋ ਹਜੂਰ ਫਰਮਾਉਂਦੇ ਨੇ ਹਰ ਜੇਠ ਜੁੜਨ ਦਾ ਲੋੜੀ ਹੈ। ਜੇਠ ਭਾਈ ਜਿਹੜਾ ਵਿਰਾਗ ਹੈ ਨਾ ਸਭ ਤੋਂ ਵੱਡਾ ਸਾਧਨ, ਉਹਦੇ ਦੁਆਰਾ ਵਾਹਿਗੁਰੂ ਦੇ ਅੰਦਰ ਮਹਾਰਾਜ ਕਹਿੰਦੇ ਭਾਈ ਜੁੜਨਾ ਲੋੜੀਏ ਚਾਹੀਦਾ ਏ। ਜਿਸ ਅੱਗੇ ਸਭ ਨਿਵੰਨ, ਜਿਸ ਵਾਹਿਗੁਰੂ ਦੇ ਅੱਗੇ ਮਹਾਰਾਜ ਕਹਿੰਦੇ ਭਾਈ ਸਾਰੇ ਹੀ ਨਿਆਉਂਦੇ ਆ, ਝੁਕਦੇ ਆ। ਸਤਿਗੁਰੂ ਜੀ ਕਹਿੰਦੇ ਜਿਸ ਵਿਰਾਗ ਦੇ ਅੱਗੇ ਸਾਰੇ ਹੀ ਭਾਈ ਸਾਧਨ ਜਿਹੜੇ ਆ ਨਿਉ ਜਾਂਦੇ ਆ, ਵਿਰਾਗ ਵੱਡਾ ਹੀ ਸਾਧਨ ਮੰਨਿਆ ਏ। ਹਰ ਸੱਜਣ ਦਾਵਣ ਲੱਗਿਆ, ਜਿਹੜੇ ਸਾਧ ਸੰਗਤ ਜੀ ਦਾਵਣ ਦਾਮਨ ਨੂੰ ਕਹਿੰਦੇ ਆ, ਪੱਲੇ ਨੂੰ ਕਹਿੰਦੇ ਆ। ਜਿਹੜੇ ਹਰੀ ਸੱਜਣ ਨਾਲ ਜੋ ਲੋਕ ਪਰਲੋਕ ਦਾ ਮਿੱਤਰ ਵੈ ਉਹਦੇ ਸਾਧ ਸੰਗਤ ਜੀ ਪੱਲੇ ਨਾਲ ਲੱਗ ਗਏ ਆ। ਕਿਸੇ ਨਾ ਦੇ ਬੰਨ, ਮਹਾਰਾਜ ਫਿਰ ਕਿਸੇ ਨੂੰ ਬੰਨ ਕਰਕੇ ਸਾਧ ਸੰਗਤ ਜੀ ਨਹੀਂ ਦਿੰਦੇ। ਜਿਵੇਂ ਕੋਈ ਕਮਜ਼ੋਰ ਰਾਜਾ ਹੁੰਦਾ ਨਾ ਤੇ ਉਹਦੇ ਉੱਤੇ ਸਾਧ ਸੰਗਤ ਜੀ ਤਾਕਤਵਰ ਰਾਜਾ ਜਦੋਂ ਹਮਲਾ ਕਰ ਦਿੰਦਾ ਹੈ ਤੇ ਫਿਰ ਜਿਹੜਾ ਇਸ ਪ੍ਰਕਾਰ ਉਹਦਾ ਕੈਦੀ ਹੋਵੇ ਨਾ, ਉਹਨੂੰ ਪਕੜਨਾ ਹੋਵੇ ਤੇ ਫਿਰ ਸਾਧ ਸੰਗਤ ਜੀ ਉਹ ਪਕੜ ਕਰਕੇ ਉਹਦੇ ਅੱਗੇ ਪੇਸ਼ ਕਰ ਦਿੰਦਾ ਹੈ। ਜਿਵੇਂ ਭਾਈ ਨੰਦ ਲਾਲ ਜੀ ਜਦੋਂ ਔਰੰਗਜ਼ੇਬ ਨੇ ਵੇਖਿਆ ਕਿ ਐਡੇ ਆਲਮ ਫਾਜ਼ਲ ਵੈ ਤੇ ਇਹ ਤਾਂ ਹਿੰਦੂ ਨਹੀਂ ਚਾਹੀਦੇ, ਜਿਹੜੇ ਇਸ ਪ੍ਰਕਾਰ ਇਹਨਾਂ ਨੂੰ ਮੁਸਲਮਾਨ ਬਣਾਉਣਾ ਚਾਹੀਦਾ ਹੈ। ਤੋ ਜਦੋਂ ਇਉਂ ਭਾਈ ਨੰਦ ਲਾਲ ਜੀ ਨੂੰ ਪਤਾ ਲੱਗਿਆ ਸੀਗਾ ਤੇ ਭਾਈ ਨੰਦ ਲਾਲ ਜੀ ਨੇ ਉਸ ਸਮੇਂ ਵਿਚਾਰਿਆ ਕਿ ਮੈਂ ਹੁਣ ਕਿੱਧਰ ਜਾਵਾਂ ਆਪਣਾ ਧਰਮ ਬਚਾਉਣ ਨੂੰ। ਵੇਖਿਆ ਰਾਜਪੂਤ ਰਾਜਿਆਂ ਕੋਲ ਕਿਸੇ ਕੋਲ ਸ਼ਰਨ ਲਵਾਂ, ਵੇਖਿਆ ਕਿ ਰਾਜਪੂਤ ਰਾਜੇ ਤਾਂ ਡਰਦੇ ਆ ਨਰੰਗੇ ਕੋਲੋਂ, ਉਹਨਾਂ ਨੇ ਆਪ ਹੀ ਬੰਨ੍ਹ ਕੇ ਪੇਸ਼ ਕਰ ਦੇਣਾ ਇਹਦੇ ਸਾਹਮਣੇ, ਫਿਰ ਕਿਵੇਂ ਬਚ ਸਕਾਂਗਾ। ਤੇ ਭਾਈ ਨੰਦ ਲਾਲ ਜੀ ਨੂੰ ਫਿਰ ਇੱਕੋ ਹੀ ਸ਼ਰਨ ਦਿਸੀ ਬਾਜਾਂ ਵਾਲੇ ਸਤਿਗੁਰੂ ਜੀ ਦੀ ਕਿ ਹੋਰ ਮੈਨੂੰ ਹੁਣ ਕੋਈ ਨਹੀਂ ਬਚਾ ਸਕਦਾ, ਮੇਰੇ ਧਰਮ ਦੀ ਰੱਖਿਆ ਕਰ ਸਕਦੇ ਹੈ ਤੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਰ ਸਕਦੇ ਹੈ। ਇਸ ਕਰਕੇ ਭਾਈ ਨੰਦ ਲਾਲ ਜੀ ਫਿਰ ਮਹਾਰਾਜ ਦੀ ਸ਼ਰਨ ਪਏ ਸੀ ਕਿ ਉਹਨਾਂ ਨੂੰ ਪਤਾ ਸੀ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਕੋਲੋਂ ਬੰਨ ਕਰਕੇ ਮੈਨੂੰ ਕੋਈ ਲਿਜਾ ਨਹੀਂ ਸਕੇਗਾ। ਹਜ਼ੂਰ ਦੀ ਸ਼ਰਨ ਪੈਣ ਦੇ ਨਾਲ ਮੈਨੂੰ ਕਿਸੇ ਪ੍ਰਕਾਰ ਕੋਈ ਨਰੰਗਾ ਭੈ ਨਹੀਂ ਦੇ ਸਕੇਗਾ। ਇਸ ਪ੍ਰਕਾਰ ਭਾਈ ਨੰਦ ਲਾਲ ਜੀ ਨੇ ਸਤਿਗੁਰਾਂ ਜੀ ਦੀ ਸ਼ਰਨ ਪੈਣਾ ਯੋਗ ਸਮਝਿਆ ਸੀ ਕਿ ਹੋਰ ਕੋਈ ਉੱਥੇ ਫਿਰ ਮੈਨੂੰ ਦੁੱਖ ਤੇ ਤਕਲੀਫ ਨਹੀਂ ਪਹੁੰਚ ਸਕੇਗੀ। ਕਿਉਂਕਿ ਕਹਿੰਦੇ ਆ ਨਾ ਕਿ ਸਿੰਘ ਸ਼ਰਨ ਕਤ ਜਾਈਐ ਜੋ ਜੰਬਕ ਗਰਾਸੈ। ਸ਼ੇਰ ਦੀ ਸ਼ਰਨ ਵਿੱਚ ਜਾਣ ਦਾ ਕੀ ਲਾਭ ਹੈ ਜੇ ਗਿੱਦੜੀ ਚੱਕ ਕੇ ਲੈ ਜਾਵੇ। ਤਾਂ ਵਾਹਿਗੁਰੂ ਦੀ ਸ਼ਰਨ ਪੈ ਜਾਈਏ ਨਾ ਮਹਾਰਾਜ ਫਿਰ ਕਿਸੇ ਪ੍ਰਕਾਰ ਸਾਧ ਸੰਗਤ ਜੀ ਕਰਮਾਂ ਦੇ ਅੱਗੇ ਬੰਨ੍ਹ ਕੇ ਨਹੀਂ ਸਿੱਟਦੇ, ਉਹਨਾਂ ਨੂੰ ਕਰਮਾਂ ਦੀ ਮਾਰ ਵੀ ਨਹੀਂ ਖਾਣੀ ਪੈਂਦੀ। ਜਿਵੇਂ ਜਮਦੂਤ ਆ ਕਰਕੇ ਬੰਨ੍ਹਦੇ ਆ ਪਾਪੀ ਹੈ ਤੇ ਜਿਹੜੇ ਰਾਮਗਣ ਵਾ ਉਹ ਕਹਿੰਦੇ ਵੀ ਭਾਈ ਪੁੰਨੀ ਹੈ, ਇਹਨੂੰ ਸਵਰਗਾਂ 'ਚ ਖੜਨਾ ਹੈ। ਉਹ ਸਵਰਗਾਂ ਨਰਕਾਂ ਤੋਂ ਦੋਵਾਂ ਤੋਂ ਰਹਿ ਜਾਂਦੇ ਹੈ
ਕਿਸੇ ਨੂੰ ਵੀ ਮਹਾਰਾਜ ਉਹਨਾਂ ਨੂੰ ਬੰਨ੍ਹ ਕੇ ਨਹੀਂ ਦਿੰਦੇ, ਨਾ ਸਵਰਗਾਂ ਵਾਲਿਆਂ ਨੂੰ ਨਾ ਨਰਕਾਂ ਵਾਲਿਆਂ ਨੂੰ। ਜਿਹਨੂੰ ਮਹਾਰਾਜ ਆਪਦੀ ਸ਼ਰਨ ਦੇ ਦਿੰਦੇ ਆ ਉਹਨਾਂ ਨੂੰ ਆਪਣਾ ਲੋਕ ਸੱਚਖੰਡ ਹੀ ਬਖਸ਼ਿਸ਼ ਕਰ ਦਿੰਦੇ ਆ। ਇਸ ਕਰਕੇ ਮਹਾਰਾਜ ਕਹਿੰਦੇ ਹਰ ਸੱਜਣ ਦਾਵਣ ਲੱਗੇ ਆ। ਜੇ ਵਾਹਿਗੁਰੂ ਲੋਕ ਪਰਲੋਕ ਦਾ ਸੱਜਣ ਹੈ ਤੇ ਸਤਿਗੁਰਾਂ ਜੀ ਦੇ ਪੱਲੇ ਲੱਗ ਗਏ ਨਾ, ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਸੇ ਨਾ ਦੇਈ ਬੰਨ ਕਰਕੇ ਕਿਸੇ ਜੰਮ ਨੂੰ ਨਹੀਂ ਦੇਣਗੇ। ਕਿਤੇ ਇੱਕ ਸਾਧ ਸੰਗਤ ਜੀ ਸਵਰਗਾਂ ਵਿੱਚ ਵੀ ਸੁੱਖਾਂ ਦੇ ਭੋਗਾਂ ਵਿੱਚ ਨਹੀਂ ਭਟਕਣਾ ਪਵੇਗਾ। ਸਤਿਗੁਰਾਂ ਜੀ ਦੇ ਲੋਕ ਦੀ ਜਿਹੜੀ ਹੈ ਨਾ ਦਾਤ ਉਹ ਪ੍ਰਾਪਤ ਹੋ ਜਾਵੇਗੀ। ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪੱਲਾ ਕੀ ਹੈ? ਸਤਿਗੁਰਾਂ ਜੀ ਦੀ ਸਿੱਖਿਆ ਮਹਾਰਾਜ ਜੀ ਦਾ ਪੱਲਾ ਹੈ। ਹਜੂਰ ਦੀ ਰਹਿਤ ਮਰਿਆਦਾ ਸਤਿਗੁਰਾਂ ਜੀ ਦਾ ਪੱਲਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਕਿਹਾ ਨਾ, ਬੇਨਤੀ ਕਰਨੀ ਚਾਹੀਦੀ ਹੈ, ਮਹਾਰਾਜ ਹਮ ਅੰਧਲੇ ਅੰਧ ਬਿਖੈ ਬਿਖਰਾਤੇ, ਕਿਉਂ ਚਾਲੈ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖ ਦਾਤਾ, ਹਮ ਲਾਵਹਿ ਆਪਨ ਪਾਲੀ। ਪਾਲੀ ਪੱਲੇ ਨੂੰ ਕਹਿੰਦੇ। ਮਹਾਰਾਜ ਸਾਨੂੰ ਆਪਣੇ ਪੱਲੇ ਲਾ ਲਓ ਗਰੀਬ ਨਵਾਜ। ਜਿਵੇਂ ਇਸਤਰੀ ਵਾਸਤੇ ਉਹ ਸ਼ਬਦ ਮਹਾਰਾਜ ਨੇ ਵਿਚਾਰਿਆ ਕਿ ਹੱਬੇ ਸਾਕ ਕੁੜਾਵੇ ਡਿੱਠੇ ਤੋ ਪੱਲੇ ਤੈਂਡੇ ਲਾਗੀ। ਮਹਾਰਾਜ ਮੈਂ ਸਾਰੇ ਹੀ ਜਿਹੜੇ ਸਾਕ ਸੰਬੰਧ ਹੈ ਨਾ ਇਹ ਜਗਿਆਸੂ ਵਾਸਤੇ ਹੈ ਕਿ ਸਭ ਝੂਠੇ ਵੇਖੇ ਆ। ਮਹਾਰਾਜ ਮੈਂ ਆਪ ਦਾ ਪੱਲਾ ਪਕੜ ਲਿਆ, ਤੇ ਪੱਲਾ ਕੀ ਪਕੜਨਾ? ਖੰਡੇ ਦੀ ਧਾਰ ਦਾ ਅੰਮ੍ਰਿਤ ਛਕਣਾ। ਸਾਧ ਸੰਗਤ ਜੀ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਦੱਸੀ ਰਹਿਤ ਮਰਿਆਦਾ ਨੂੰ ਕਮਾਉਣਾ, ਇਹ ਹੈ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪੱਲਾ ਪਕੜਨਾ। ਤੇ ਹਜੂਰ ਨੇ ਕਿਹਾ ਰਹਿਣੀ ਰਹਿ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸ ਕਾ ਚੇਰਾ, ਰਹਿਤ ਬਿਨਾ ਨ ਸਿੱਖ ਕਹਾਵੈ, ਰਹਿਤ ਬਿਨਾ ਦਰ ਚੋਟਾਂ ਖਾਵੈ। ਇਹ ਸਤਿਗੁਰਾਂ ਜੀ ਦਾ ਪੱਲਾ ਭਾਈ ਜਿਹਨੇ ਪਕੜ ਲਿਆ ਨਾ, ਮਹਾਰਾਜ ਫਿਰ ਸਾਧ ਸੰਗਤ ਜੀ ਬੰਨ ਕਰਕੇ ਜਮਾ ਅੱਗੇ ਨਹੀਂ ਸਤਿਗੁਰੂ ਜੀ ਸੁੱਟਦੇ। ਗਰੀਬ ਨਵਾਜ ਸੱਚੇ ਪਾਤਸ਼ਾਹ ਦੇ ਸਿੱਖ ਨੂੰ ਤਾਂ ਜੰਮ ਵੀ ਵੇਖ ਕਰਕੇ ਭੈ ਕਰਦੇ ਆ, ਡਰਦੇ ਆ। ਇਸ ਤਰ੍ਹਾਂ ਹਜੂਰ ਕਹਿੰਦੇ ਆ ਭਾਈ ਹਰੀ ਜੋ ਸੱਜਣ ਹੈ ਨਾ ਲੋਕ ਪਰਲੋਕ ਦਾ, ਉਹਦੇ ਦਾਮਨ ਪੱਲੇ ਨਾਲ ਲੱਗ ਜਾਓ, ਭਾਵ ਨਾਮ ਜਪ ਲਓ ਵਾਹਿਗੁਰੂ ਦਾ। ਫਿਰ ਜਦੋਂ ਨਾਮ ਜਪਿਆ ਹੋਵੇਗਾ, ਨਾਮ ਜਪਣ ਵਾਲੇ ਨੂੰ ਵਾਹਿਗੁਰੂ ਜੀ ਕਿਸੇ ਪ੍ਰਕਾਰ ਵੀ ਸਾਧ ਸੰਗਤ ਜੀ ਜਮਾ ਅੱਗੇ ਨਹੀਂ ਸੁੱਟਦੇ, ਪਾ ਕਰਕੇ ਕਰਮਾਂ ਦੀ ਮਾਰ ਨਹੀਂ ਉਹਨਾਂ ਨੂੰ ਖਾਣੀ ਪੈਂਦੀ। ਵਾਹਿਗੁਰੂ ਦੀ ਸ਼ਰਨ ਪੈਣਾ ਹੀ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਵਾਹਿਗੁਰੂ ਜੀ ਦਾ ਪੱਲਾ ਪਕੜਨਾ ਏ। ਮਾਣਕ ਮੋਤੇ ਨਾਮ ਪ੍ਰਭ, ਜਿਹੜੇ ਮੇਰੇ ਵਾਹਿਗੁਰੂ ਦੇ ਨਾਮ ਵਿੱਚ ਸਾਧ ਸੰਗਤ ਜੀ ਮਾਣਕ ਤੇ ਮੋਤੀ ਹਨ ਨਾ, ਇਹ ਕਿਹੜਾ ਮਾਣਕ ਹੈ? ਬੈਰਾਗ ਰੂਪੀ ਮਾਣਕ ਹੈ, ਪ੍ਰੀਤ ਰੂਪੀ ਮੋਤੀ ਹੈ। ਸਾਧ ਸੰਗਤ ਜੀ ਐਸੀਆਂ ਦਾਤਾਂ ਨਾਮ ਵਿੱਚੋਂ ਹੀ ਪ੍ਰਾਪਤ ਹੁੰਦੀਆਂ। ਨਾਮ ਦੇ ਜਪਦਿਆਂ ਜਪਦਿਆਂ ਵਿਰਾਗ ਪੈਦਾ ਹੋ ਜਾਂਦਾ ਹੈ। ਤੇ ਸਦਾ ਰਹਿਣ ਵਾਲਾ ਜਿਹੜਾ ਵਿਰਾਗ ਹੁੰਦਾ, ਫਿਰ ਉਹ ਗਧਾ ਵਿਰਾਗ ਨਹੀਂ ਹੁੰਦਾ ਜਿਹੜਾ ਨਾਮ ਜਪਣ ਨਾਲ ਆਉਂਦਾ, ਕਿਉਂਕਿ ਗਿਆਨ ਦ੍ਰਿਸ਼ਟੀ ਨਾਲ ਵਿਰਾਗ ਆ ਜਾਂਦਾ ਹੈ। ਫਿਰ ਸਾਧ ਸੰਗਤ ਜੀ ਇਸ ਪ੍ਰਕਾਰ ਜਦੋਂ ਪ੍ਰੇਮ ਰੂਪੀ ਜਿਹੜਾ ਮੋਤੀ ਹੈ ਨਾ, ਇਹ ਸਾਧ ਸੰਗਤ ਜੀ ਬੜਾ ਵਡਮੁੱਲਾ ਹੈ। ਨਾਮ ਦੇ ਜਪਦਿਆਂ ਜਪਦਿਆਂ ਜਦੋਂ ਪ੍ਰੀਤ ਲੱਗਦੀ ਹੈ, ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ, ਤੁਮ ਸਿਓ ਜੋਰ ਅਵਰ ਸੰਗ ਤੋਰੀ, ਸਭ ਨਾਲੋਂ ਟੁੱਟ ਜਾਂਦੀ ਹੈ। ਝੂਠੇ ਨਾਤੇ ਜਾਪਣ ਲੱਗ ਪੈਂਦੇ ਆ। ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੇ ਇਹ ਭਾਈ ਵਡਮੁੱਲੇ ਵਿਰਾਗ ਤੇ ਪ੍ਰੀਤ ਰੂਪੀ ਮੋਤੀ ਇਸ ਪ੍ਰਕਾਰ ਇਹ ਨਾਮ ਦੇ ਵਿੱਚ ਹੀ ਮਹਾਰਾਜ ਕਹਿੰਦੇ ਭਾਈ ਵਸਦੇ ਆ। ਉਹਨਾਂ ਨੂੰ ਸਾਧ ਸੰਗਤ ਜੀ ਸੰਨ ਨਹੀਂ ਲੱਗਦੀ, ਭਾਵ ਕੋਈ ਚੁਰਾ ਨਹੀਂ ਸਕਦਾ, ਅੱਗ ਸਾੜ ਨਹੀਂ ਸਕਦੀ। ਕਾਮ ਆਦਿਕ ਜਿਹੜੇ ਵੈਰੀ ਹੈ ਨਾ ਸਾਧ ਸੰਗਤ ਜੀ ਚੋਰ, ਉਹ ਵੀ ਅੰਦਰੋਂ ਸਾਧ ਸੰਗਤ ਜੀ ਫਿਰ ਇਹਨਾਂ ਸ਼ੁਭ ਗੁਣਾਂ ਨੂੰ ਚੁਰਾ ਨਹੀਂ ਸਕਦੇ। ਵਕਾਰਾਂ ਰੂਪੀ ਅੱਗ ਵੀ ਇਹਨਾਂ ਸ਼ੁਭ ਗੁਣਾਂ ਨੂੰ ਫਿਰ ਸਾੜ ਨਹੀਂ ਸਕਦੀ। ਬਾਹਰੀ ਧਨ ਜਿਹੜਾ ਉਹਨੂੰ ਪ੍ਰਤੱਖ ਚੋਰ ਵੀ ਚੁਰਾਉਂਦੇ ਹੈ ਤੇ ਅੱਗ ਸਾਧ ਸੰਗਤ ਜੀ ਸਾੜ ਦਿੰਦੀ ਹੈ। ਪਰ ਮਹਾਰਾਜ ਕਹਿੰਦੇ ਨੇ ਮਾਣਕ ਮੋਤੀ ਨਾਮ ਪ੍ਰਭ, ਜਿਹੜੇ ਮੇਰੇ ਪ੍ਰਭੂ ਦੇ ਨਾਮ ਵਿੱਚ ਸਤਿਗੁਰੂ ਜੀ ਕਹਿੰਦੇ ਭਾਈ ਬੈਰਾਗ ਰੂਪੀ ਮਾਣਕ ਤੇ ਪ੍ਰੀਤ ਰੂਪੀ ਮੋਤੀ ਪ੍ਰਾਪਤ ਹੁੰਦੇ ਆ ਨਾ, ਸ਼ੁਭ ਗੁਣਾਂ ਦੇ ਗਹਿਣੇ ਪ੍ਰਾਪਤ ਹੁੰਦੇ ਆ। ਇਹਨਾਂ ਨੂੰ ਹਜੂਰ ਕਹਿੰਦੇ ਨੇ ਲੱਗਾ ਨਾ ਹੀ ਸੰਨ। ਸੰਨ ਸਾਧ ਸੰਗਤ ਜੀ ਜਿਵੇਂ ਚੁਰਾ ਲੈਂਦੇ ਆ, ਸੰਨ ਲਾ ਕਰਕੇ ਪਾੜ ਪਾ ਕਰਕੇ। ਪਾੜ ਕੀ ਪਾਉਂਦੇ ਆ? ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਦਿਖਾਉਂਦੇ ਆ ਕਿ ਗੁਰ ਦਖਲਾਈ ਮੋਰੀ ਜਿਤ ਮਿਰਗ ਪਰਤ ਹੈ ਚੋਰੀ। ਚੋਰੀ ਚੋਰੀ ਜਿਵੇਂ ਸਾਧ ਸੰਗਤ ਜੀ ਇਹ ਹੱਲਾ ਬੋਲਦੇ ਆ, ਸੰਕਲਪ ਹੀ ਅੰਦਰ ਫੁਰਦਾ ਤੇ ਉਸੇ ਵੇਲੇ ਸੰਕਲਪ ਜਿਹੜੇ ਆ ਨਾ ਉਹ ਬੁਰੇ ਪਾਸੇ ਨੂੰ ਮਨ ਨੂੰ ਲੈ ਤੁਰਦੇ ਆ। ਤੇ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਦਿਖਾ ਦਿੰਦੇ ਆ ਕਿ ਜਦੋਂ ਤੇਰੇ ਮਨ ਸਪਟਲ ਤੇ ਪ੍ਰਗਟ ਹੁੰਦਾ ਹੈ ਨਾ ਫੁਰਨਾ, ਉਹਨੂੰ ਉੱਥੇ ਹੀ ਦਬਾ ਦੇ, ਉੱਥੇ ਹੀ ਮਾਰ ਦੇ। ਗੁਰਬਾਣੀ ਦੀ ਪੰਕਤੀ ਗੁਰਮੁਖ ਪੜ੍ਹਦੇ ਆ ਕਿ ਮਨਾ ਵੇਖ ਭੈ ਦਿਖਾਉਂਦੇ ਆ, ਡਰ ਦਿਖਾਉਂਦੇ, ਹੇ ਕਾਮੰ ਨਰਕ ਬਿਸਰਾਮੰ ਬਹੁ ਜੋਨੀ ਪ੍ਰਮਾਵਣ। ਡਰ ਦਿਖਾਉਂਦੇ ਆਪਣੇ ਮਨ ਨੂੰ। ਸਾਧ ਸੰਗਤ ਜੀ ਚੋਰੀ ਨਹੀਂ ਮਨ ਦੇ ਅੰਦਰੋਂ ਹੋਣ ਦਿੰਦੇ।
ਇਸ ਪ੍ਰਕਾਰ ਸਤਿਗੁਰੂ ਜੀ ਕਹਿੰਦੇ ਨੇ ਇਹਨਾਂ ਗੁਣਾਂ ਨੂੰ ਭਾਈ ਫਿਰ ਸੰਨ ਨਹੀਂ ਲਾ ਸਕਦੇ, ਵਕਾਰ ਚੁਰਾ ਨਹੀਂ ਸਕਦੇ, ਵਕਾਰਾਂ ਰੂਪੀ ਅੱਗ ਸਾੜਦੀ ਨਹੀਂ ਹੈ। ਰੰਗ ਸਭ ਨਾਰਾਇਣ। ਹਜੂਰ ਕਹਿੰਦੇ ਭਾਈ ਉਹਨਾਂ ਸਭ ਨੂੰ ਮੇਰੇ ਵਾਹਿਗੁਰੂ ਨੇ ਰੰਗ ਹੁੰਦਾ ਆਨੰਦ, ਆਨੰਦ ਦੇ ਵਿੱਚ ਬਖਸ਼ਿਸ਼ ਕਰ ਦਿੱਤੀ ਹੈ। ਭਾਵ ਜਿਹੜਾ ਸੁਖ ਵੈ ਨਾਮ ਦਾ ਮਹਾਰਾਜ ਕਹਿੰਦੇ ਭਾਈ ਸਭ ਨੂੰ ਬਖਸ਼ ਦਿੱਤਾ। ਕਿਹਨਾਂ ਨੂੰ? ਮਨ ਭਾਵਨ। ਜਿਹੜੇ ਮੇਰੇ ਵਾਹਿਗੁਰੂ ਨੂੰ ਮਨ ਵਿੱਚ ਭਾ ਗਏ ਆ ਨਾ, ਉਹਨਾਂ ਸਭ ਨੂੰ ਮਹਾਰਾਜ ਨੇ ਨਾਮ ਵਿੱਚ ਰੰਗਰੇਜ਼ ਕਰ ਦਿੱਤਾ ਹੈ। ਉਹਨਾਂ ਦੇ ਸਾਧ ਸੰਗਤ ਜੀ ਮਨ ਭਿੱਜ ਗਏ ਆ ਸੱਚੇ ਪਾਤਸ਼ਾਹ ਜੀ ਦੇ ਨਾਮ ਦੇ ਅੰਦਰ। ਇਹੋ ਜਿਹਾ ਮਨ ਭਿੱਜਿਆ ਹੁੰਦਾ ਹੈ, ਨੇਤਰ ਵੀ ਸਾਧ ਸੰਗਤ ਜੀ ਤਰ ਰਹਿੰਦੇ ਆ, ਰਸਨਾ ਵੀ ਤਸੀਰ ਨਾਲ ਤਰ ਰਹਿੰਦੀ ਹੈ, ਕੰਨਾਂ ਵਿੱਚ ਵੀ ਨਾਮ ਗੂੰਜਦਾ ਰਹਿੰਦਾ ਹੈ, ਜੀਵਨ ਰਸਮਈ ਬਣ ਜਾਂਦਾ ਹੈ। ਇਹੋ ਜਿਹਾ ਵਾਹਿਗੁਰੂ ਜੀ ਉਹਨਾਂ ਨੂੰ ਰੰਗ ਦਿੰਦੇ ਆ ਜਿਹੜੇ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਵਾਹਿਗੁਰੂ ਨੂੰ ਭਾ ਗਏ ਹੈ, ਜਿਨ੍ਹਾਂ ਦੀ ਸ਼ਰਧਾ ਭਾ ਗਈ ਹੈ, ਜਿਨ੍ਹਾਂ ਦਾ ਪ੍ਰੇਮ ਭਾ ਗਿਆ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਉਹਨਾਂ ਨੂੰ ਆਪਣੇ ਨਾਮ ਦਾ ਪਿਆਲਾ ਪਿਆ ਦਿੱਤਾ ਹੈ, ਮਸਤੀ ਚੜ ਗਈ ਉਹਨਾਂ ਨੂੰ ਨਾਮ ਦੀ। ਇਸੇ ਪ੍ਰਕਾਰ ਹੀ ਰੰਗ ਸਭ ਨਾਰਾਇਣ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਰੰਗ ਸਭੈ ਨਾਰਾਇਣ ਹੈ। ਇਹ ਜਿਹੜੇ ਸਾਧ ਸੰਗਤ ਜੀ ਰੰਗ ਹਨ ਸੰਸਾਰ ਦੇ ਅੰਦਰ, ਜਿਹੜਾ ਦੁੱਖ ਤੇ ਸੁੱਖ ਪ੍ਰਤੀਤ ਪ੍ਰਾਪਤ ਹੋਣਾ, ਇਹ ਵੀ ਸਾਧ ਸੰਗਤ ਜੀ ਰੰਗ ਹੀ ਹੈ। ਜਿਹੜਾ ਦੁੱਖ ਤੇ ਸੁੱਖ ਆ ਕਰਕੇ ਪ੍ਰਾਪਤ ਹੁੰਦਾ ਹੈ, ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਦੁੱਖ ਆਉਂਦਾ ਤੇ ਵਾਹਿਗੁਰੂ ਦੇ ਹੁਕਮ 'ਚ ਹੀ ਆਉਂਦਾ ਹੈ, ਸੁੱਖ ਮਿਲਦਾ ਤੇ ਉਹ ਵੀ ਉਹਦੇ ਹੁਕਮ 'ਚ ਹੀ ਮਿਲਦਾ ਹੈ। ਜੋ ਨਾਰਾਇਣ ਹੈ, ਸਾਰੇ ਨਰਾਂ ਦੇ ਅੰਦਰ ਆਇਆ ਹੋਇਆ ਨਾ, ਦੁੱਖ ਸੁੱਖ ਉਹਦੇ ਹੀ ਰੰਗ ਹਨ, ਉਹਦੇ ਹੀ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਦਿੱਤੇ ਹੋਏ ਨੇ। ਜੇਤੇ ਮਨ ਭਾਵਨ। ਜਿਨ੍ਹਾਂ ਦੇ ਮਨ ਦੇ ਅੰਦਰ ਭਾਵਨ ਸ਼ਰਧਾ ਹੈ ਨਾ, ਉਹ ਇਸ ਗੱਲ ਨੂੰ ਜਾਣਦੇ ਹੈ ਸਾਧ ਸੰਗਤ ਜੀ ਕਿ ਦੁੱਖ ਸੁੱਖ ਦੇਣ ਵਾਲਾ ਵਾਹਿਗੁਰੂ ਹੀ ਹੈ। ਉਹ ਸਮਝ ਲੈਂਦੇ ਆ ਕਿ ਮੇਰੇ ਬੁਰੇ ਕੀਤੇ ਕਰਮਾਂ ਦਾ ਕਰਕੇ ਮੈਨੂੰ ਦੁੱਖ ਮਿਲ ਰਿਹਾ ਹੈ, ਇਹਦੇ ਵਿੱਚ ਮਾਰਾ ਆਪਦਾ ਕੀ ਦੋਸ਼ ਹੈ, ਮੇਰੀ ਹੀ ਗਲਤੀ ਹੈ। ਮੁਝ ਅਵਗਣ ਸਹਿ ਨਾਹੀ ਦੋਸ਼। ਮਹਾਰਾਜ ਤੁਹਾਡੇ ਵਿੱਚ ਕੋਈ ਦੋਸ਼ ਨਹੀਂ, ਮੇਰੇ ਹੀ ਭੁੱਲਾਂ ਕੀਤੀਆਂ ਪਿਛਲੇ ਜਨਮ ਦੀਆਂ। ਇਉਂ ਸਮਝ ਲੈਂਦੇ ਆ ਉਹ ਸਾਧ ਸੰਗਤ ਜੀ ਜਿਨ੍ਹਾਂ ਦੇ ਮਨ ਦੇ ਅੰਦਰ ਸ਼ਰਧਾ ਹੈ। ਇਸੇ ਪ੍ਰਕਾਰ ਹੀ ਰੰਗ ਸਭ ਨਾਰਾਇਣ। ਸਾਧ ਸੰਗਤ ਜੀ ਜਿਹੜੇ ਮਾਇਆ ਦੇ ਤਿੰਨ ਗੁਣ ਵੈ ਨਾ, ਇਹ ਵੀ ਵਾਹਿਗੁਰੂ ਦਾ ਹੀ ਰੰਗ ਹੈ। ਕੋਈ ਜੀਵ ਤਮੋ ਗੁਣੀ ਹੈ, ਬਾਹਲਾ ਹੀ ਗੁੱਸਾ ਚੜ ਜਾਂਦਾ ਹੈ, ਫਿਰ ਪ੍ਰਵਾਹ ਹੀ ਨਹੀਂ ਕਰਦੇ, ਆਪ ਹੀ ਕਹਿੰਦੇ ਆ ਮੈਨੂੰ ਨਹੀਂ ਪਤਾ ਲੱਗਦਾ ਜਦੋਂ ਮੈਨੂੰ ਗੁੱਸਾ ਚੜਦਾ ਹੈ। ਫਿਰ ਸਾਧ ਸੰਗਤ ਜੀ ਕਦੇ ਭਲੇ ਪੁਰਸ਼ ਬਣ ਕਰਕੇ ਬੈਠ ਜਾਂਦੇ ਆ ਤੇ ਫਿਰ ਬੜੇ ਆਪਣੇ ਆਪ 'ਚ ਸਤਸੰਗੀ ਜਿਹੜਾ ਹੈ ਬਣਨ ਦਾ ਯਤਨ ਕਰਦੇ ਆ। ਫਿਰ ਸਾਧ ਸੰਗਤ ਜੀ ਕਦੇ ਜਦੋਂ ਸਤੋ ਗੁਣ ਪਲਟਦਾ ਫਿਰ ਰਜੋ ਗੁਣ ਆ ਜਾਂਦਾ ਹੈ ਤੇ ਉਹ ਫਿਰ ਰਾਜੇ ਬਣ ਬੈਠਦੇ ਆ, ਆਪਣੀ ਠਾਠ ਬਾਠ ਅਸੀਂ ਜਗੀਰਦਾਰ ਹੁੰਨੇ ਆ, ਬੜੀ ਸਾਡੀ ਇਸ ਪ੍ਰਕਾਰ ਪਹੁੰਚ ਹੈ। ਇਉਂ ਮਹਾਰਾਜ ਕਹਿੰਦੇ ਭਾਈ ਇਹ ਸਾਰੇ ਰੰਗ ਮੇਰੇ ਵਾਹਿਗੁਰੂ ਦੇ ਹੀ ਆ, ਜਿਹੜੇ ਕਦੇ ਜੀਵ ਤਮੋ ਗੁਣੀ ਹੁੰਦੇ ਆ, ਕਦੋਂ ਰਜੋ ਗੁਣੀ ਹੁੰਦੇ ਆ, ਕਦੇ ਸਤੋ ਗੁਣੀ ਬਣ ਜਾਂਦੇ ਆ। ਮਹਾਰਾਜ ਕਹਿੰਦੇ ਨੇ ਕਿ ਭਾਈ ਕਬਹੂ ਭਲਾ ਭਲਾ ਕਹਾਵੈ, ਕਦੇ ਆਪਸ ਕੋ ਬਹੁਤਾ ਜ਼ਿਆਦਾ ਭਲਾ ਪੁਰਸ਼ ਕਹਾਉਣ ਲੱਗ ਪੈਂਦਾ ਹੈ। ਤੇ ਗਰੀਬ ਨਵਾਜ ਸਤਿਗੁਰੂ ਜੀ ਕਹਿੰਦੇ ਨੇ ਕਿ ਕਦੇ ਭਾਈ ਫਿਰ ਨੀਚ ਬਣ ਕਰਕੇ ਬੈਠ ਜਾਂਦਾ ਹੈ। ਇਸ ਤਰ੍ਹਾਂ ਦੀ ਸਾਧ ਸੰਗਤ ਜੀ ਹਾਲਤ ਹੈ। ਇਹ ਸਾਰੇ ਜਿਹੜੇ ਤਿੰਨੇ ਗੁਣਵਾਨ ਮਾਇਆ ਦੇ, ਇਹ ਸਿਰ ਮੇਰੇ ਵਾਹਿਗੁਰੂ ਦੇ ਹੀ ਰੰਗ ਹਨ। ਗਰੀਬ ਨਵਾਜ ਕਹਿੰਦੇ ਜਿਨ੍ਹਾਂ ਵਿੱਚ ਭਾਈ ਜੀਵ ਇਹ ਵਰਤਦੇ ਆ। ਮਨ ਭਾਵਨ। ਇਹ ਜਿੰਨੇ ਭਾਈ ਜੀਵ ਵਾਹਿਗੁਰੂ ਦੇ ਨਾਲ ਜੁੜਦੇ ਆ ਨਾ, ਉਹਨਾਂ ਦੇ ਮਨ ਦੇ ਅੰਦਰ ਭਾਵਨ ਜਦੋਂ ਸ਼ਰਧਾ ਪੈਦਾ ਹੁੰਦੀ ਹੈ, ਵਾਹਿਗੁਰੂ ਦਾ ਨਾਮ ਭਾਵਨ ਭਾ ਜਾਂਦਾ ਹੈ ਨਾ, ਉਹ ਇਸ ਗੱਲ ਨੂੰ ਸਾਧ ਸੰਗਤ ਜੀ ਸਮਝ ਲੈਂਦੇ ਆ ਕਿ ਇਹ ਸਾਰੇ ਰੰਗ ਜਿਹੜੇ ਆ ਨਾ, ਇਹ ਪਰਮੇਸ਼ਰ ਦੇ ਹੀ ਹੈ। ਇਹ ਰਜੋ ਗੁਣੀ ਤਮੋ ਗੁਣੀ ਸਤੋ ਗੁਣੀ ਜਿਹੜੇ ਜੀਵ ਪੈਦਾ ਕੀਤੇ ਹੋਏ ਆ, ਇਹ ਵਾਹਿਗੁਰੂ ਦੇ ਹੀ ਬਣਾਏ ਹੋਏ ਸਾਰੇ ਰੰਗ ਹਨ। ਕਿਉਂਕਿ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ। ਵਾਹਿਗੁਰੂ ਨੇ ਤਰ੍ਹਾਂ ਤਰ੍ਹਾਂ ਦੀ ਰੰਗਾਂ ਰੰਗਾਂ ਦੀ ਸ੍ਰਿਸ਼ਟੀ ਪੈਦਾ ਕੀਤੀ ਹੈ। ਇਸੇ ਪ੍ਰਕਾਰ ਹੀ ਰੰਗ ਸਭ ਨਾਰਾਇਣ। ਸਾਧ ਸੰਗਤ ਜੀ ਜਿਹੜੇ ਰੰਗ ਹੈ ਨਾ ਪ੍ਰਤੱਖ ਰੂਪ ਵਿੱਚ ਵੀ, ਇਹ ਸਾਰੇ ਮੇਰੇ ਵਾਹਿਗੁਰੂ ਦੇ ਬਣਾਏ ਹੋਏ ਹੈ। ਜਦੋਂ ਕਿਸੇ ਨੇ ਕੋਈ ਗਾੜੀ ਲਾਲ ਪੱਗ ਬੰਨੀ ਹੋਏ ਨਾ, ਤੇ ਕੋਈ ਕਹਿ ਦੇਵੇ ਕਿ ਭਾਈ ਇਹ ਤਾਂ ਤੂੰ ਅੰਮ੍ਰਿਤ ਧਾਰੀ ਹੈ ਤੇ ਗਾੜੀ ਲਾਲ ਪੱਗ ਜਿਹੜੀ ਹੈ ਸੂਹਾ ਰੰਗ ਪਾਉਣਾ, ਇਹ ਤਾਂ ਗੁਰਮਤ ਨਹੀਂ। ਉਹ ਫਿਰ ਇਹ ਪੰਕਤੀ ਪੜ੍ਹਦੇ ਆ, ਬਾਣੀ 'ਚ ਨਹੀਂ ਲਿਖਿਆ ਰੰਗ ਸਭੇ ਨਾਰਾਇਣ।
ਅਰਥ ਤਾਂ ਸਾਧ ਸੰਗਤ ਜੀ ਬਿਲਕੁਲ ਕੁਝ ਵੀ ਨਹੀਂ ਪਤਾ, ਤੇ ਪਰ ਆਪਣੇ ਪ੍ਰਯੋਜਨ ਵਾਸਤੇ ਜ਼ਰੂਰ ਪੰਕਤੀਆਂ ਚੇਤੇ ਕੀਤੀਆਂ ਹੁੰਦੀਆਂ। ਜਿਵੇਂ ਨੱਚਣ ਟੱਪਣ ਵਾਲੇ ਕਹਿੰਦੇ ਆ, ਨੱਚਣ ਕੁੱਦਣ ਮਨ ਕਾ ਚਾਓ, ਭੰਗੜਾ ਪਾਉਂਦੇ ਆ। ਤੇ ਉਹ ਮਾਫ ਕਰਨਾ, ਬਾਹਰਲੇ ਦੇਸ਼ਾਂ ਵਿੱਚ ਕਈਆਂ ਨੇ ਗੁਰਦੁਆਰੇ ਸਾਹਿਬ ਦੇ ਲੰਗਰ ਜਿੱਥੇ ਹੁੰਦੇ ਆ ਨਾ ਸਾਧ ਸੰਗਤ ਜੀ, ਇਹ ਪੰਕਤੀਆਂ ਲਿਖ ਕੇ ਲਾਈਆਂ ਹੁੰਦੀਆਂ ਤੇ ਲੰਗਰ ਤੋਂ ਬਾਅਦ ਉੱਥੇ ਗਿੱਧਾ ਭੰਗੜਾ ਪਾਉਂਦੇ, ਕਹਿੰਦੇ ਬਾਣੀ 'ਚ ਲਿਖਿਆ ਹੋਇਆ। ਇਹੋ ਜਿਹੀ ਬੁਰੀ ਹਾਲਤ ਹੋ ਰਹੀ ਸਿੱਖਾਂ ਦੀ। ਤੇ ਉਹ ਕਹਿੰਦੇ ਆ ਕਿ ਵੇਖੋ, ਇਹ ਜੋ ਕਹੀ ਜਾਂਦੇ ਆ ਕਿ ਇਹ ਲਾਲ ਰੰਗ ਨਹੀਂ ਪਾਉਣਾ ਚਾਹੀਦਾ, ਸਾਧ ਸੰਗਤ ਜੀ ਉਹਦੇ ਤੇ ਮੈਂ ਆਪ ਜੀ ਨੂੰ ਬੇਨਤੀ ਕਰਾਂ, ਜਿਹੜੇ ਕੌਮੀ ਰੰਗ ਹੁੰਦੇ ਆ ਨਾ, ਹਰੇਕ ਕੌਮ ਦੀ ਆਪਣੀ ਪਹਿਚਾਨ ਹੁੰਦੀ। ਅਸੀਂ ਲਾਲ ਰੰਗ ਦੇ ਕੋਈ ਵਿਰੋਧੀ ਨਹੀਂ ਹਾਂ। ਸਤਿਗੁਰਾਂ ਨੇ ਜੀ ਤਾਂ ਲਾਲ ਰੰਗ ਦੀ ਬਾਬਤ ਕਿਹਾ, ਲਾਲ ਰੰਗ ਤਿਸ ਕੋ ਲੱਗਾ ਜਿਸਕੇ ਬੜ ਭਾਗਾ, ਮੈਲਾ ਕਦੇ ਨਾ ਹੋਵਈ ਨਹਿ ਲਾਗਾ ਦਾਗਾ। ਉਹ ਲਾਲ ਰੰਗ ਸਾਧ ਸੰਗਤ ਜੀ ਵਾਹਿਗੁਰੂ ਦੇ ਪਿਆਰ ਦਾ ਰੰਗ ਸਤਿਗੁਰਾਂ ਜੀ ਨੇ ਕਿਹਾ। ਕਿਸੇ ਰੰਗ ਦਾ ਵਿਰੋਧ ਨਹੀਂ ਹੈ ਗੁਰੂ ਘਰ ਦੇ ਅੰਦਰ, ਪਰ ਸਤਿਗੁਰਾਂ ਜੀ ਨੇ ਸਾਨੂੰ ਕੌਮ ਨੂੰ ਕੌਮੀਅਤ ਦੇ ਰੰਗ ਦਿੱਤੇ ਹੋਏ ਆ। ਤੇ ਜੇ ਫਰਕ ਨਹੀਂ, ਫਿਰ ਇਹੋ ਜਿਹੇ ਤੇ ਕੱਲ ਨੂੰ ਆ ਕੇ ਕਹਿਣਗੇ ਕਿ ਲਾਲ ਰੰਗ ਦਾ ਨਿਸ਼ਾਨ ਸਾਹਿਬ ਵੀ ਚਲਾਓ। ਉਹ ਤਾਂ ਮੰਦਿਰਾਂ 'ਚ ਝੁਲਦੇ ਹੁੰਦੇ ਆ। ਫਿਰ ਕੱਲ ਨੂੰ ਕਹਿਣਗੇ ਕਿ ਅੱਜ ਰੰਗ ਬਦਲ ਦਿਓ, ਕਿਉਂਕਿ ਬਦਲਾਵ ਚਾਹੁੰਦੇ ਆ ਨਾ। ਘਰ ਵਿੱਚ ਵੀ ਸਾਲਕ ਹੋ ਜੇ ਤੇ ਜਿਹੜੀਆਂ ਕੰਧਾਂ ਨੂੰ ਰੰਗ ਕੀਤਾ ਹੋਇਆ ਕਹਿੰਦੇ ਡਿਫਰੈਂਟ ਲੱਗਣਾ ਚਾਹੀਦਾ। ਫਿਰ ਕਹਿਣਗੇ ਕਿ ਹੁਣ ਹਰਾ ਨਿਸ਼ਾਨ ਸਾਹਿਬ ਚਲਾ ਦਿਓ, ਥੋੜਾ ਡਿਫਰੈਂਟ ਲੱਗਣਾ ਚਾਹੀਦਾ ਇਸ ਸਾਲ। ਇਦਾਂ ਨਹੀਂ ਹੁੰਦਾ ਸਾਧ ਸੰਗਤ ਜੀ। ਗੁਰੂ ਘਰ ਦੇ ਸਾਡੇ ਕੌਮ ਦੇ ਜਿਹੜੇ ਮੁੱਖ 4 ਰੰਗ ਮੰਨੇ ਆ, ਉਹ ਕੇਸਰੀ ਰੰਗ ਹੈ, ਨੀਲਾ ਰੰਗ ਹੈ, ਚਿੱਟਾ ਰੰਗ ਤੇ ਕਾਲਾ ਰੰਗ ਹੈ। ਸਾਦੇ ਰੰਗ ਸਾਰੇ ਪਹਿਨੇ ਜਾ ਸਕਦੇ ਆ, ਤੇ ਜਿਹੜੇ ਚਮਕੀਲੇ ਭੜਕੀਲੇ ਵਕਾਰਾਂ ਨੂੰ ਪੈਦਾ ਕਰਨ ਵਾਲੇ, ਉਹਨਾਂ ਦੀ ਮਨਾਹੀ ਕੀਤੀ ਹੈ। ਹੋਰ 2 ਰੰਗਾਂ ਦੀ ਮਨਾਹੀ ਕੀਤੀ ਹੈ ਗੁਰੂ ਸਾਹਿਬ ਨੇ। ਉਹ ਕਹਿੰਦੇ ਆ ਜੇ ਦਸੀਏ ਨਾ ਲਾਲ ਰੰਗ ਦੀ ਮਨਾਹੀ ਹੈ, ਤੇ ਕਹਿੰਦੇ ਟਮਾਟਰ ਸਾਰੇ ਲਾਲ ਹੈ, ਕਿਉਂ ਖਾਂਦੇ ਹੋ? ਇਹੋ ਜਿਹੇ ਵਿਅੰਗ ਕੱਸਦੇ ਆ। ਕਿ ਹਰਾ ਰੰਗ ਮਨਾ, ਕਹਿੰਦੇ ਸਬਜ਼ੀਆਂ ਸਾਰੀਆਂ ਹਰੀਆਂ ਕਿਉਂ ਖਾਂਦੇ ਹੋ? ਇਹੋ ਜਿਹੇ ਵਿਅੰਗ ਲਾਉਂਦੇ ਆ ਸਾਧ ਸੰਗਤ ਜੀ। ਇਹ ਕਿਸੇ ਹੋਰ ਨਹੀਂ ਕਿਹਾ, ਗੁਰੂ ਕਲਗੀਧਰ ਜੀ ਨੇ ਕਿਹਾ ਕਿ ਸੂਹਾ ਪੈਨ ਲਏ ਨਸਵਾਰ, ਕਹਿ ਗੋਬਿੰਦ ਸਿੰਘ ਜਮ ਕਰੇ ਖੁਵਾਰ। ਜਿਹੜੇ ਸੂਹਿਆ ਰੰਗਾਂ ਨੂੰ ਪਾਉਂਦੇ ਆ, ਵਕਾਰਾਂ ਨੂੰ ਪੈਦਾ ਕਰਦੇ ਆ ਤੇ ਨਸਵਾਰਾਂ ਚੜਾਉਂਦੇ ਆ, ਮਹਾਰਾਜ ਕਹਿੰਦੇ ਜਮ ਖੁਆਰ ਕਰੂਗੇ ਭਾਈ। ਹਰਾ ਹੈਦਰੀ ਮੁਸਲਮਾਨਾਂ ਦਾ ਰੰਗ ਮੰਨਿਆ ਜਾਂਦਾ, ਉਹਨਾਂ ਦੇ ਕੌਮ ਦਾ ਕੌਮੀਅਤ ਰੰਗ ਵਾ, ਜਿੱਥੇ ਖਲੋ ਕਰਕੇ ਉਹ ਕਹਿੰਦੇ ਆ ਅੱਲਾਹੂ ਅਕਬਰ, ਯਾ ਅਲੀ ਦੇ ਨਾਰੇ ਮਾਰਦੇ ਆ। ਤੇ ਜਿੱਦਾਂ ਸਾਡਾ ਕੇਸਰੀ ਨਿਸ਼ਾਨ, ਉੱਥੇ ਫਿਰ ਸਤਿ ਸ੍ਰੀ ਅਕਾਲ ਦੇ ਜਕਾਰੇ ਆਉਂਦੇ। ਇਹ ਸਾਧ ਸੰਗਤ ਜੀ ਕੌਮ ਦੇ ਕੌਮੀਅਤ ਰੰਗ ਮੰਨੇ ਜਾਂਦੇ। ਤੇ ਵੇਖੋ ਹਿੰਦੁਸਤਾਨ ਦੇ ਅੰਦਰ ਆਰਮੀ ਹੈ, ਜਿਹਦੇ ਵਿੱਚ ਸਿੱਖ ਰੈਜੀਮੈਂਟਾਂ ਹਨ, ਤੇ ਆਰਮੀ ਦੇ ਬਣਾਏ ਹੋਏ ਕਾਨੂੰਨ ਨੇ, ਪਰ ਅੱਜ ਤੱਕ ਕਿਸੇ ਵੀ ਆਰਮੀ ਨੇ ਸਿੱਖਾਂ ਦਾ ਕੇਸਰੀ ਨਿਸ਼ਾਨ ਨਹੀਂ ਬਦਲਿਆ। ਜਦੋਂ ਆਰਮੀ ਦੇ ਵਿੱਚ ਸਿੱਖ ਲੜਦੇ ਆ ਨਾ, ਤੇ ਆਪਣਾ ਕੇਸਰੀ ਨਿਸ਼ਾਨ ਉਹਦੇ ਥੱਲੇ ਲੜਦੇ ਆ ਸਿੱਖ। ਭਾਵੇਂ ਕਿਸੇ ਰੈਜੀਮੈਂਟ ਦੇ ਆਫੀਸਰ ਨੂੰ ਵੀ ਪੁੱਛ ਲੈਣਾ, ਉੱਥੇ ਸਾਧ ਸੰਗਤ ਜੀ ਫਿਰ ਉਹਨਾਂ ਨੂੰ ਇਹ ਤਿਰੰਗੇ ਝੰਡੇ ਥੱਲੇ ਨਹੀਂ ਲੜਾਇਆ ਜਾਂਦਾ। ਸਿੱਖਾਂ ਨੂੰ ਕੇਸਰੀ ਨਿਸ਼ਾਨ ਦਾ ਵਾਸਤਾ ਪਾ ਕੇ ਲੜਾਇਆ ਜਾਂਦਾ ਕਿ ਤੁਹਾਡਾ ਨਿਸ਼ਾਨ ਅੱਗੇ ਕੱਢਿਆ ਹੋਇਆ। ਸਿੱਖ ਕਹਿੰਦੇ ਸਾਨੂੰ ਨਹੀਂ ਪਤਾ ਧਰਤੀ ਕਿਹਦੀ ਹੈ ਕਿਹਦੀ ਨਹੀਂ, ਅਸੀਂ ਨਿਸ਼ਾਨ ਦੇ ਵਾਸਤੇ ਆਪਣਾ ਸਰੀਰ ਕੁਰਬਾਨ ਕਰ ਦਿਆਂਗੇ। ਇਹਨਾਂ ਨਿਸ਼ਾਨਾਂ ਵਾਸਤੇ, ਇਹਨਾਂ ਰੰਗਾਂ ਵਾਸਤੇ ਸਾਧ ਸੰਗਤ ਜੀ ਸਾਡੇ ਪੁਰਖਿਆਂ ਨੇ ਬਹੁਤ ਖੂਨ ਡੋਲਿਆ, ਬੜੀਆਂ ਸ਼ਹਾਦਤਾਂ ਦਿੱਤੀਆਂ। ਤੇ ਕਦੇ ਸਿੱਖ ਨੂੰ ਹਰੀ ਜਾਂ ਲਾਲ ਪੱਗ ਨਹੀਂ ਬੰਨਣੀ ਚਾਹੀਦੀ, ਕੇਸਰੀ ਤੇ ਨੀਲੇ ਹੀ ਦਮਾਲੇ ਸਜਾਉਣੇ ਚਾਹੀਦੇ ਆ। ਤੇ ਫਿਰ ਸਾਧ ਸੰਗਤ ਜੀ ਜਿਹੜਾ ਕਾਲਾ ਰੰਗ ਹੈ ਨਾ, ਤੇ ਇਹਦਾ ਜਾਂ ਨੀਲਾ ਜਾਂ ਕੇਸਰੀ ਰੰਗ ਹੈ, ਫਿਰ ਕੋਈ ਕਹੇ ਕਿ ਰੰਗ ਤੇ ਖਾਲਸੇ ਦੇ ਆ ਤੇ ਸਮਾ ਕੇ ਕੇਸਰੀ ਰੰਗ ਦਾ ਕਸ਼ਹਿਰਾ ਪਾ ਲੇ ਜਾਂ ਨੀਲੇ ਰੰਗ ਦਾ, ਨਹੀਂ, ਇਹ ਸਤਿਕਾਰਤ ਰੰਗ ਨੇ। ਇਸ ਕਰਕੇ ਇਹਨਾਂ ਦਾ ਥਾਂ ਸਾਡਾ ਸੀਸ ਵਾ। ਇਹਨਾਂ ਰੰਗਾਂ ਵਾਸਤੇ ਸਾਡੇ ਪੁਰਖਿਆਂ ਦਾ ਖੂਨ ਡੁੱਲਿਆ। ਇਸ ਕਰਕੇ ਕਦੇ ਨੀਲੇ ਰੰਗ ਦਾ, ਕਾਲੇ ਜਾਂ ਚਿੱਟੇ ਰੰਗ ਦਾ, ਵਾਹਿਗੁਰੂ ਚਿੱਟੇ ਰੰਗ ਦਾ ਕਸ਼ਹਿਰਾ ਪਹਿਨੀਦਾ, ਨੀਲੇ ਕੇਸਰੀ ਤੇ ਕਾਲੇ ਰੰਗ ਦਾ ਕਸ਼ਹਿਰਾ ਨਹੀਂ ਪਾਈਦਾ। ਤੋ ਜਿਹੜਾ ਨੀਲਾ ਤੇ ਕੇਸਰੀ ਹੈ, ਇਹ ਸਾਧ ਸੰਗਤ ਜੀ ਸਾਡੇ ਸਤਿਕਾਰਤ ਰੰਗ ਨੇ। ਇਸ ਕਰਕੇ ਇਹਨਾਂ ਨੂੰ ਸਤਿਕਾਰ ਵਾਲੇ ਥਾਂ ਤੇ ਰੱਖਣਾ ਚਾਹੀਦਾ। ਇਹ ਇਹਦੇ ਵਿੱਚੋਂ ਭੇਦ ਸਮਝਣਾ। ਰੰਗਾਂ ਵਿੱਚ ਸਾਨੂੰ ਕਿਸੇ ਪ੍ਰਕਾਰ ਦੀ ਕੋਈ ਨਫ਼ਰਤ ਨਹੀਂ, ਪਰ ਸਾਡੇ ਕੌਮ ਦੇ ਕੌਮੀਅਤ ਵਾਲੇ ਰੰਗ ਹੋਣੇ ਕਰਕੇ, ਪਰ ਜਿਨ੍ਹਾਂ ਨੂੰ ਹੁਣ ਪਤਾ ਨਹੀਂ, ਗੁਰਮਤ ਦਾ ਉਪਦੇਸ਼ ਨਹੀਂ ਸੁਣਦੇ, ਉਹ ਕਹਿੰਦੇ ਲੈ ਰੰਗ ਪਾਉਣ ਵਿੱਚ ਕੀ ਹੈ, ਇਹਦੇ ਵਿੱਚ ਕੀ ਵੜ ਚੱਲਿਆ ਹੈ। ਸਤਿਗੁਰਾਂ ਜੀ ਦੇ ਹਜ਼ੂਰੀ ਜਿਹੜੇ ਦਰਬਾਰੀ ਸਾਧ ਸੰਗਤ ਜੀ ਕਵੀ ਹੋਏ ਆ, ਸਿੱਖ ਹੋਏ ਆ, ਉਹਨਾਂ ਦੇ ਰਹਿਤਨਾਮੇ ਹਨ।
ਤੇ ਜਿਨ੍ਹਾਂ ਉੱਤੇ ਸਤਿਗੁਰਾਂ ਜੀ ਦੇ ਦਸਖਤ ਹੋਏ ਆ, ਮਹਾਰਾਜ ਜੀ ਨੇ ਮੋਹਰ ਲਾਈ ਹੈ। ਇਸ ਕਰਕੇ ਸਤਿਗੁਰਾਂ ਜੀ ਦੀ ਆਗਿਆ ਪਾਲਣੀ ਚਾਹੀਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ, ਭਾਈ ਰੰਗ ਤਾਂ ਸਾਰੇ ਨਾਰਾਇਣ ਦੇ ਵਾਹਿਗੁਰੂ ਦੇ ਹੀ ਪੈਦਾ ਕੀਤੇ ਹੋਏ ਆ। ਮਨ ਭਾਵੰ ਸਤਿਗੁਰੂ ਜੀ ਕਹਿੰਦੇ ਨੇ, ਭਾਈ ਜਿਨ੍ਹਾਂ ਨੂੰ ਮਨ ਦੇ ਅੰਦਰ ਭਾਵਨ ਸ਼ਰਧਾ ਲੱਗਦੀ ਹੈ, ਉਹ ਵਾਹਿਗੁਰੂ ਦੇ ਪਿਆਰ ਰੰਗ ਨੂੰ ਹੀ ਸਭ ਤੋਂ ਉੱਤਮ ਸਮਝਦੇ ਹੈ। ਬਾਕੀ ਰੰਗ ਸਾਧ ਸੰਗਤ ਜੀ ਆਪੇ ਹੀ ਆਨੰਦ ਬਾਕੀ ਆ ਜਾਂਦੇ ਹੈ ਜਦੋਂ ਪਿਆਰ ਦਾ ਆਨੰਦ ਪ੍ਰਾਪਤ ਹੋ ਜਾਵੇ। ਜੋ ਹਰ ਲੋੜੇ ਸੋ ਕਰੇ। ਹਜ਼ੂਰ ਕਹਿੰਦੇ ਜੋ ਮੇਰਾ ਵਾਹਿਗੁਰੂ ਲੋੜਦਾ ਹੈ ਨਾ, ਚਾਹੁੰਦਾ ਹੈ, ਉਹੋ ਹੀ ਕਰਦਾ ਹੈ। ਕਿਉਂਕਿ ਉਹ ਪੁੱਛ ਨਾ ਸਾਜੇ, ਪੁੱਛ ਨਾ ਢਾਹੇ, ਪੁੱਛ ਨਾ ਲੇਵੈ ਦੇ। ਰਾਜਿਆਂ ਦੇ ਵਜ਼ੀਰ ਸਲਾਹਕਾਰ ਹੁੰਦੇ ਹੈ। ਕੰਮ ਅਕਲ ਵਾਲੇ ਰਾਜੇ ਨੂੰ ਵਜ਼ੀਰ ਦੀ ਲੋੜ ਹੁੰਦੀ ਹੈ, ਉਹ ਕੰਮ ਅਕਲ ਵਾਲਾ ਨਹੀਂ ਹੈ, ਉਹ ਤਾਂ ਆਪਣੇ ਆਪ ਵਿੱਚ ਪੂਰਾ ਹੈ। ਸਤਿਗੁਰੂ ਜੀ ਕਹਿੰਦੇ ਜੋ ਹਰ ਲੋੜੇ ਸੋ ਕਰੇ। ਜੋ ਹਰੀ ਲੋੜਦਾ ਹੈ ਉਹੋ ਹੀ ਚਾਹੁੰਦਾ ਹੈ, ਉਹੋ ਹੀ ਕਰਦਾ ਹੈ ਆਪਣੀ ਮਰਜ਼ੀ ਨਾਲ। ਤੇ ਉਹ ਕੁਝ ਉਹਦੇ ਹੁਕਮ ਵਿੱਚ ਬੱਝੇ ਹੋਏ ਕਠਪੁਤਲੀਆਂ ਦੀ ਤਰ੍ਹਾਂ ਜੀਵ ਸਾਧ ਸੰਗਤ ਜੀ ਕਰਮਾਂ ਦੀ ਜਿਹੜੀ ਹੈ ਲਿਖੀ ਹੋਈ ਲਿਖਤ ਦੇ ਅਨੁਸਾਰ ਕਮਾਉਂਦੇ ਆ। ਇਸੇ ਪ੍ਰਕਾਰ ਹੀ ਜੋ ਹਰ ਲੋੜੇ ਸੋ ਕਰੇ। ਜੋ ਹਰ ਲੋੜੇ, ਜੋ ਵਾਹਿਗੁਰੂ ਨੂੰ ਲੋੜਦੇ ਆ ਨਾ ਸੰਤ ਭਗਤ ਮਹਾਪੁਰਸ਼ ਸਾਧ ਸੰਗਤ ਜੀ, ਉਹ ਜੋ ਚਾਹੇ ਨਾ ਕਰ ਸਕਦੇ ਆ। ਕਿਉਂਕਿ ਮਹਾਰਾਜ ਨੇ ਕਿਹਾ, ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੇ। ਜਿਨ੍ਹਾਂ ਦੀ ਰਸਨਾ ਤੇ ਮਹਾਰਾਜ ਆਪ ਵਸਦੇ ਆ, ਜੋ ਹਰ ਲੋੜੇ, ਜੋ ਹਰੀ ਨੂੰ ਲੋੜਦੇ ਆ, ਚਾਹੁੰਦੇ ਆ ਸਾਧ ਸੰਗਤ ਜੀ, ਉਹ ਉਹੋ ਹੀ ਕਰ ਸਕਦੇ ਆ। ਪਰ ਮਹਾਰਾਜ ਦੀ ਰਜਾ ਵਿੱਚ ਚੱਲ ਪੈਂਦੇ ਆ। ਸਤਿਗੁਰੂ ਉਹਨਾਂ ਨੂੰ ਉਹ ਸ਼ਕਤੀ ਵਸਦੇ ਜਿਨ੍ਹਾਂ ਨੂੰ ਭਾਣਾ ਮਿੱਠਾ ਲੱਗਦਾ ਹੈ। ਜਿਹਨੂੰ ਰਜਾ ਵਿੱਚ ਚੱਲਣਾ ਨਹੀਂ ਆਇਆ, ਉਹਨੂੰ ਨਹੀਂ ਇਹ ਸ਼ਕਤੀ ਪ੍ਰਾਪਤ ਹੁੰਦੀ। ਤੇ ਫਿਰ ਸਾਧ ਸੰਗਤ ਜੀ ਉਹਦੀ ਬਾਬਤ ਕਿਹਾ, ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅਧਾਖਰ। ਇੱਕ ਅੱਖਰ ਵੀ ਉਹ ਮੁਖ ਤੋਂ ਕਹਿਣ ਕਿ ਅੱਧਾ ਅੱਖਰ ਹੀ ਪੂਰਾ ਹੋ ਜਾਂਦਾ ਉਹਨਾਂ ਦਾ ਕਿਹਾ ਹੋਇਆ। ਇਉਂ ਸੱਚੇ ਪਾਤਸ਼ਾਹ ਜੀ ਦੱਸਦੇ ਆ। ਜੋ ਹਰ ਲੋੜੇ ਸੋ ਕਰੇ। ਜੋ ਹਰੀ ਨੂੰ ਲੋੜਦੇ ਆ ਸਾਧ ਸੰਗਤ ਜੀ, ਸੋ ਉਹ ਜੋ ਚਾਹਣ ਕਰ ਸਕਦੇ ਆ। ਸੋਏ ਜੇ ਕਰੰਨ। ਤੇ ਸਾਧ ਸੰਗਤ ਜੀ ਜੇ ਉਹ ਦਿਲ ਤੋਂ ਚਾਹਣ ਨਾ, ਇਹ ਦੂਸਰਾ ਅਰਥ ਸਮਝਣਾ, ਉਹ ਜੇ ਚਾਹਣ ਤੇ ਜੀਆਂ ਨੂੰ ਵੀ ਆਪਣੇ ਵਰਗੇ ਕਰ ਸਕਦੇ ਆ ਆਪਣੀ ਸੰਗਤ ਦੇ ਨਾਲ। ਜੇ ਕੋਈ ਉਹਨਾਂ ਦੀ ਸੰਗਤ ਵਿੱਚ ਜੀ ਆਉਂਦਾ ਹੈ ਨਾ, ਤੇ ਉਸ ਨੂੰ ਵੀ ਆਪਣੇ ਵਰਗਾ ਹੀ ਕਰ ਸਕਦੇ। ਜਿਵੇਂ ਪਾਰਸ ਵੀ, ਜਿਹੜਾ ਪਾਰਸ ਦੀ ਵੱਟੀ ਨੂੰ ਸੁੱਝ ਜਾਂਦੀ ਧਾਤ ਸੋਨਾ ਬਣ ਜਾਂਦੀ ਹੈ, ਇਵੇਂ ਉਹ ਵੀ ਰੱਬ ਦੇ ਪਿਆਰ ਵਾਲੇ ਬਣ ਜਾਂਦੇ ਆ। ਜੋ ਪ੍ਰਭ ਕੀਤੇ ਆਪਣੇ। ਜਿਨ੍ਹਾਂ ਨੂੰ ਵਾਹਿਗੁਰੂ ਨੇ ਆਪਣੇ ਬਣਾਇਆ ਏ, ਸੇ ਕਹੀਐ ਹੈ ਧਨ। ਹਜ਼ੂਰ ਕਹਿੰਦੇ ਭਾਈ ਉਹ ਧਨਤਾ ਦੇ ਯੋਗ ਹਨ। ਧਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਮਹਾਰਾਜ ਕਹਿੰਦੇ ਭਾਈ ਉਹ ਧਨਤਾ ਦੇ ਯੋਗ ਹਨ। ਕੌਣ? ਜਿਨ੍ਹਾਂ ਨੂੰ ਮਹਾਰਾਜ ਨੇ ਆਪਣੇ ਬਣਾ ਲਿਆ ਏ। ਆਪਣ ਲਿਆ ਜੇ ਮਿਲੈ। ਹਜ਼ੂਰ ਫਰਮਾਉਂਦੇ ਆ ਕਿ ਆਪਣੇ ਸਾਧਨਾ ਦੇ ਬਲ ਦਾ ਲਿਆ ਹੋਇਆ ਭਾਈ ਜੇ ਪਰਮੇਸ਼ਰ ਮਿਲ ਸਕਦਾ ਹੋਵੇ। ਵਿਛੜ ਕਿਉਂ ਰੋਵੰਨ। ਤੇ ਹਰ ਕੋਈ ਪਰਮੇਸ਼ਰ ਨੂੰ ਪ੍ਰਾਪਤ ਕਰ ਲੇ, ਵਿਛੜ ਕੇ ਫਿਰ ਜੀਵ ਰੋਣ ਕਿਉਂ? ਸਾਧਨਾ ਦੇ ਬਲ ਨਾਲ ਨਹੀਂ ਪ੍ਰਾਪਤ ਹੁੰਦਾ, ਉਹ ਤਾਂ ਸਾਧ ਸੰਗਤ ਜੀ ਦਇਆ ਨਾਲ ਹੀ ਪ੍ਰਾਪਤ ਹੁੰਦਾ, ਆਪਣੀ ਮਿਹਰ ਨਾਲ ਹੀ ਪ੍ਰਾਪਤ ਹੁੰਦਾ ਹੈ। ਸੱਚੇ ਪਾਤਸ਼ਾਹ ਜੀ ਫਰਮਾਉਂਦੇ, ਫਿਰ ਪੜ੍ਹ ਦਿਓ। ਆਪਣ ਲਿਆ ਜੇ ਮਿਲੈ। ਸਤਿਗੁਰੂ ਜੀ ਕਹਿੰਦੇ ਭਾਈ ਆਪਣੀ ਦਿੱਤੀ ਹੋਈ ਜਿਹੜੀ ਵਸਤੂ ਹੈ ਨਾ, ਇਹ ਜੀਵ ਆਤਮਾ ਜੇ ਵਾਹਿਗੁਰੂ ਲੈ ਲਵੇ ਵਾਪਸ ਤਾਂ ਵਿਛੜ ਕਿਉਂ ਰੋਵੰਨ। ਇਹ ਵਿਛੜ ਕੇ ਫਿਰ ਜਿਹੜੇ ਜੀਵ ਕਿਉਂ ਰੋਂਦੇ ਆ ਜਦੋਂ ਆਤਮਾ ਵਿੱਚੋਂ ਨਿਕਲ ਜਾਂਦੀ ਹੈ? ਉਹ ਤਾਂ ਜਿਸ ਕੀ ਵਸਤ ਸੋਈ ਲੈ ਜਾਏਗਾ। ਰੋਸ ਕਿਸੈ ਸੋ ਕੀਜੈ, ਕਿਹਦੇ ਨਾਲ ਭਾਈ ਰੋਸ ਕਰਦੇ ਹੋ? ਜਿਹਦੀ ਵਸਤੂ ਹੈ ਉਹ ਲੈ ਗਿਆ ਹੈ। ਸਤਿਗੁਰੂ ਜੀ ਕਹਿੰਦੇ ਭਾਈ ਇਸ ਪ੍ਰਕਾਰ ਵਿਛੜ ਕਿਉਂ ਰੋਵੰਨ। ਵਿਛੋੜਾ ਦੇ ਜਾਣ ਤੇ ਸਰੀਰ ਤੋਂ ਕਿਉਂ ਬਰਾਗ ਕਰਦੇ ਹੋ, ਕਿਉਂ ਰੋਂਦੇ ਹੋ? ਸਾਧੂ ਸੰਗ ਪ੍ਰਾਪਤੇ। ਮਹਾਰਾਜ ਫਿਰ ਵਾਹਿਗੁਰੂ ਪ੍ਰਾਪਤ ਕਿਵੇਂ ਹੁੰਦੇ ਆ ਜੇ ਆਪਣੇ ਸਾਧਨਾ ਦੇ ਬਲ ਨਾਲ ਪ੍ਰਾਪਤ ਨਹੀਂ ਹੁੰਦੇ? ਸੱਚੇ ਪਾਤਸ਼ਾਹ ਜੀ ਫਿਰ ਕਿਵੇਂ ਪ੍ਰਾਪਤ ਹੁੰਦੇ ਆ? ਹਜ਼ੂਰ ਗੁਰੂ ਅਰਜਨ ਸਾਹਿਬ ਜੀ ਦੱਸਦੇ ਆ, ਸਾਧੂ ਸੰਗ ਪ੍ਰਾਪਤੇ, ਕਿ ਸਾਧੂਆਂ ਦੀ ਸੰਗਤ ਵਿੱਚ ਮੇਰਾ ਵਾਹਿਗੁਰੂ ਪ੍ਰਾਪਤ ਹੁੰਦਾ ਹੈ, ਸਤ ਸੰਗਤ ਵਿੱਚ ਮੇਰਾ ਵਾਹਿਗੁਰੂ ਪ੍ਰਾਪਤ ਹੁੰਦਾ ਹੈ। ਨਾਨਕ ਰੰਗ ਮਾਣੰ।
ਉੱਥੇ ਮੇਰੇ ਵਾਹਿਗੁਰੂ ਦੇ ਰੰਗ ਆਨੰਦ ਨੂੰ ਪਿਆਰ ਨੂੰ ਮਹਾਰਾਜ ਕਹਿੰਦੇ ਭਾਈ ਮਾਣਿਆ ਜਾ ਸਕਦਾ। ਜਿਹੜੇ ਸਤ ਸੰਗਤ ਕਰਦੇ ਆ ਪਿਆਰ ਨਾਲ ਉਹ ਮਾਣਨ ਮਾਣਦੇ ਆ। ਹਰ ਜੇਠ ਰੰਗੀਲਾ ਤਿਸ ਤਣੇ। ਸਤਿਗੁਰੂ ਗਰੀਬ ਨਵਾਜ ਕਹਿੰਦੇ ਮੇਰਾ ਵਾਹਿਗੁਰੂ ਜੇਠ ਦੇ ਮਹੀਨੇ ਵਿੱਚ ਹਜੂਰ ਫਰਮਾਉਂਦੇ ਆ ਕਿ ਰੰਗੀਲਾ ਰੰਗ ਦਾ ਈਲਾ ਘਰ ਵੈ, ਆਨੰਦ ਦਾ ਘਰ ਵੈ। ਸੱਚੇ ਪਾਤਸ਼ਾਹ ਜੀ ਕਹਿੰਦੇ ਆ। ਸਿੰਧੀ ਬੋਲੀ ਵਿੱਚ ਸਾਧ ਸੰਗਤ ਜੀ ਧਣੀ ਮਾਲਕ ਨੂੰ ਕਹਿੰਦੇ ਆ। ਇਸ ਪ੍ਰਕਾਰ ਮਹਾਰਾਜ ਕਹਿੰਦੇ ਉਹ ਮੇਰਾ ਮਾਲਕ ਵਾਹਿਗੁਰੂ ਜੋ ਸਭ ਨੂੰ ਹਰਿਆਂ ਭਰਿਆਂ ਕਰ ਦੇਣ ਵਾਲਾ ਹੈ, ਉਹ ਆਨੰਦ ਦਾ ਸੋਮਾ ਹੈ, ਆਨੰਦ ਦਾ ਘਰ ਹੈ। ਜਿਸ ਕੈ ਭਾਗ ਮਥਾਨ। ਜਿਸ ਦੇ ਮਸਤਕ ਦੇ ਉੱਤੇ ਭਾਗ ਨੇ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਉਹਨੂੰ ਬਰਾਗ ਪੈਦਾ ਹੁੰਦਾ ਹੈ ਤੇ ਵਾਹਿਗੁਰੂ ਦੀ ਪ੍ਰਾਪਤੀ ਵਾਸਤੇ ਉਹ ਸਤ ਸੰਗਤ ਵਿੱਚ ਜੁੜ ਜਾਂਦਾ ਹੈ ਤੇ ਸਤ ਸੰਗਤ ਦੇ ਨਾਲ ਜੁੜਿਆ ਹੋਇਆ ਉਹ ਪਰਮੇਸ਼ਰ ਵਿੱਚ ਅਭੇਦ ਹੁੰਦਾ ਹੈ। ਮਸਤਕ ਦੇ ਉਹਦੇ ਭਾਗ ਜਾਗ ਪੈਂਦੇ ਆ। ਜਿਵੇਂ ਸਤਿਗੁਰੂ ਜੀ ਨੇ ਕਿਹਾ ਕਿ ਭਾਈ ਜਿਨ੍ਹਾਂ ਨੇ ਮਾਇਆ ਤਜ ਦਿੱਤੀ ਹੈ, ਛੱਡ ਦਿੱਤੀ ਹੈ, ਲਿਓ ਭੇਖ ਬੈਰਾਗ। ਬੈਰਾਗ ਦਾ ਭੇਖ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਧਾਰਨ ਕਰ ਲਿਆ ਹੈ। ਉਹਦੇ ਮਸਤਕ ਦੇ ਉੱਤੇ ਸਤਿਗੁਰੂ ਜੀ ਕਹਿੰਦੇ ਭਾਈ ਉੱਚੇ ਤੇ ਸੁੱਚੇ ਭਾਗ ਹਨ। ਇਹ ਮਹਾਰਾਜ ਜੀ ਨੇ ਜੇਠ ਮਹੀਨੇ ਵਿੱਚ ਸਾਧ ਸੰਗਤ ਜੀ ਬਖਸ਼ਿਸ਼ ਕੀਤੀ ਹੈ। ਤੋ ਮੂਲ ਮੰਤਰ ਦੇ ਆਪਾਂ ਜਿਹੜੇ ਹੈ ਸਾਧ ਸੰਗਤ ਜੀ ਅਰਥ ਜਿਹੜੇ ਆ ਉਹ ਕਰਾਂਗੇ। ਸਮਾਂ ਤਾਂ ਭਾਵੇਂ ਅੱਜ ਵੀ ਨਹੀਂ ਬਚਿਆ, ਕਿਉਂਕਿ ਮੇਰਾ ਖਿਆਲ ਸੀ ਕਿ ਅੱਧਾ ਘੰਟਾ ਆਪਾਂ ਮਹੀਨੇ ਦੀ ਕਥਾ ਕਰਾਂਗੇ, ਪਰ ਜੋ ਸੋਚੀਏ ਉਹ ਹੁੰਦਾ ਨਹੀਂ। ਮਹਾਰਾਜ ਜੀ ਦੇ ਹੱਥ ਹੈ। ਕਾਲੀ ਦੇ ਨਾਲ ਆਪਾਂ ਗੁਰਬਾਣੀ ਦੇ ਅਰਥ ਕਰ ਨਹੀਂ ਸਕਦੇ, ਨਾਲੇ ਕਾਲੀ ਮੇਥੋਂ ਹੁੰਦੀ ਵੀ ਨਹੀਂ, ਪਰ ਕੋਸ਼ਿਸ਼ ਤਾਂ ਮੈਂ ਕੀਤੀ ਹੈ। ਅਖੀਰ ਵਿੱਚ 5-7 ਪੰਕਤੀਆਂ ਜਿਹੜੀਆਂ ਮੈਂ ਛੇਤੀ ਨਾਲ ਹੀ ਅਰਥ ਕਰਨ ਦੇ ਯਤਨ ਕੀਤੇ ਹੈ, ਪਰ ਜਿਹੜਾ ਸਰੋਤਾ ਹੁੰਦਾ ਹੈ ਸਾਧ ਸੰਗਤ ਜੀ ਉਹਨੂੰ ਸੁਣ ਕਰਕੇ ਜੇ ਅਰਥ ਭਾਵ ਮਨ ਵਿੱਚ ਨਾ ਵਸੇ ਤੇ ਫਿਰ ਸਤ ਸੰਗਤ ਵਿੱਚ ਬੈਠਿਆਂ ਸਰੋਤੇ ਨੂੰ ਆਨੰਦ ਤੇ ਰਸ ਨਹੀਂ ਪ੍ਰਾਪਤ ਹੁੰਦਾ। ਇਸ ਕਰਕੇ ਜੋ ਮੂਲ ਮੰਤਰ ਦੇ ਅਰਥ ਹੈ ਉਹ ਤਾਂ ਸਾਧ ਸੰਗਤ ਜੀ ਦਾਸ ਦੀ ਵਿਚਾਰ ਤਾਂ ਸੀ ਕਿ 5-6 ਦਿਨ ਭਾਵੇਂ ਇਹੀ ਅਰਥ ਚੱਲਦੇ, ਪਰ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਦੀ ਜਿਵੇਂ ਆਗਿਆ ਹੈ ਆਪਾਂ ਜਿਹੜੇ ਹੈ ਮੂਲ ਮੰਤਰ ਦੇ ਅਰਥ ਸਰਵਣ ਕਰਦੇ ਆ। ਅੱਗੇ ਕੱਲ ਤੋਂ ਜਿਵੇਂ ਪੌੜੀਆਂ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਬਖਸ਼ਿਸ਼ ਕਰਨਗੇ, ਫਿਰ ਕਥਾ ਜਿਹੜੀ ਹੈ ਨਿਰੰਤਰ ਇੱਕ ਰਸ ਚੱਲੇਗੀ। ਹਜੂਰ ਫਰਮਾਉਂਦੇ ਹਨ ਇੱਕ ਓੰਕਾਰ। ਸਾਧ ਸੰਗਤ ਜੀ ਦੋ ਅਥਾਨਕਾ ਆਪ ਜੀ ਸੁਣ ਚੁੱਕੇ ਹੋ। ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਸਿੱਧਾਂ ਦੇ ਨਾਲ ਗਰੀਬ ਨਵਾਜ ਦੀ ਚਰਚਾ ਹੋਈ ਹੈ ਨਾ, ਸਿੱਧ ਛਪ ਬੈਠੇ ਪਰਬਤੀ ਕੌਣ ਜਗਤ ਕੋ ਪਾਰ ਉਤਾਰੈ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਪਰਬਤਾਂ ਵਿੱਚ ਜਾ ਕਰਕੇ ਸਿੱਧਾਂ ਨੂੰ ਇਹ ਉਪਦੇਸ਼ ਦਿੱਤਾ ਸੀ। ਜਦੋਂ ਹਜੂਰ ਉੱਥੇ ਪਹੁੰਚੇ ਸੀ ਨਾ ਤੇ ਉਹਨਾਂ ਨੇ ਸਤਿਗੁਰੂ ਜੀ ਨੂੰ ਕਿਹਾ ਬਾਲੇ ਕੌਣ ਸ਼ਗਤ ਤੁਮ ਇਹਾਂ ਲਿਆਈ। ਹਜੂਰ ਨੇ ਕਿਹਾ ਸੀ ਹਉ ਜਪਿਆ ਪਰਮੇਸ਼ਰੋ ਭਾਉ ਭਗਤ ਸੰਗ ਤਾੜੀ ਲਾਈ। ਨਾਨਕ ਆਖੈ ਨਾਥ ਜੀ ਸਾਧ ਸੰਗਤ ਬਿਨ ਦੂਜੀ ਓਟ ਨਹੀਂ ਮਨ ਰਾਈ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਵਾਹਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਕਿਹਾ ਸੀ ਕਿ ਸਿੱਧੋ ਸਾਨੂੰ ਇੱਕ ਓੰਕਾਰ ਦੀ ਸ਼ਕਤੀ ਇੱਥੇ ਲੈ ਕਰਕੇ ਆਈ ਹੈ। ਮਹਾਰਾਜ ਜੀ ਨੇ ਇਹ ਸ਼ਬਦ ਸਿੱਧਾਂ ਦੇ ਜਦੋਂ ਸਾਹਮਣੇ ਉਚਾਰਨ ਕੀਤਾ ਸੀ ਤੇ ਸਾਧ ਸੰਗਤ ਜੀ ਸਿੱਧਾਂ ਨੇ ਕਿਹਾ ਮਹਾਰਾਜ ਇਹ ਜਿਹੜਾ ਓੰ ਮੰਤਰ ਹੈਗਾ ਸੀ ਪਹਿਲਾਂ ਤੇ ਇਹਦੇ ਵਿੱਚ ਤੁਸੀਂ ਏਕਾ ਕਿਉਂ ਪਹਿਲੋਂ ਲਾਇਆ। ਮੈਂ ਸਾਰੇ ਪ੍ਰਸ਼ਨ ਉੱਤਰ ਨਹੀਂ ਕਹਿ ਸਕਾਂਗਾ, ਹੁਣ ਕੇਵਲ ਮੈਂ ਮੋਟੇ ਤੌਰ ਤੇ ਹੀ ਅਰਥ ਕਰਾਂਗਾ ਸਾਧ ਸੰਗਤ ਜੀ, ਕਿਉਂਕਿ ਸਮਾਂ ਆਗਿਆ ਨਹੀਂ ਦਿੰਦਾ। ਸਤਿਗੁਰੂ ਜੀ ਨੂੰ ਕਹਿੰਦੇ ਏਕਾ ਕਿਉਂ ਮਹਾਰਾਜ ਤੁਸੀਂ ਲਾਤਾ ਪਹਿਲਾਂ। ਮਹਾਰਾਜ ਕਹਿੰਦੇ ਭਾਈ ਓਮ ਸ਼ਬਦ ਹੈ ਵਾ ਵੇਦਾਂ ਸ਼ਾਸਤਰਾਂ ਦੇ ਅੰਦਰ, ਪਰ ਇਹ ਤੁਸੀਂ ਦੱਸੋ ਕਿ ਉਹਨੂੰ ਪੜ੍ਹਨ ਦਾ ਅਧਿਕਾਰ ਕੇਵਲ ਬ੍ਰਾਹਮਣ ਨੂੰ ਹੈ ਨਾ। ਖੱਤਰੀ ਕੇਵਲ ਸੁਣ ਸਕਦਾ ਹੈ, ਪੜ੍ਹ ਨਹੀਂ ਸਕਦਾ। ਫਿਰ ਸ਼ੂਦਰ ਤੇ ਵੈਸ ਨਾ ਪੜ੍ਹ ਸਕਦੇ ਨਾ ਸੁਣ ਸਕਦੇ ਹੈ। ਏਕਾ ਮਹਾਰਾਜ ਕਹਿੰਦੇ ਇਸ ਕਰਕੇ ਲਾਇਆ ਹੈ ਕਿ ਸਾਰਿਆਂ ਨੂੰ ਹੀ ਪੜ੍ਹਨ ਤੇ ਸੁਣਨ ਦਾ ਅਧਿਕਾਰ ਹੈ। ਤੁਹਾਡੀਆਂ ਇਸਤਰੀਆਂ ਵੀ ਨਹੀਂ ਇਹਨੂੰ ਪੜ੍ਹਨ ਤੇ ਸੁਣਨ ਦੀਆਂ ਅਧਿਕਾਰੀ, ਪਰ ਮਹਾਰਾਜ ਕਹਿੰਦੇ ਭਾਈ ਸਾਡੇ ਮਤ ਦੇ ਅੰਦਰ ਅਸੀਂ ਇਹ ਸਮਝਦੇ ਹਾਂ ਕਿ ਜਿੰਨੇ ਵੀ ਜੀਵ ਹੈ ਸਭ ਨੂੰ ਹੀ ਪੜ੍ਹਨ ਦਾ ਅਧਿਕਾਰ ਹੈ। ਸਾਡਾ ਮੰਤਰ ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਏਕਾ ਲਾ ਕਰਕੇ ਅਦਵੈਤ ਮਤ ਆਪਣਾ ਜਣਾਇਆ ਸਤਿਗੁਰੂ ਜੀ ਨੇ ਕਿ ਇੱਕੋ ਇੱਕ ਵਾਹਿਗੁਰੂ, ਉਹਦੇ ਤੋਂ ਬਿਨਾਂ ਕੋਈ ਹੋਰ ਨਹੀਂ। ਓੰਕਾਰ ਸਾਧ ਸੰਗਤ ਜੀ ਜਦੋਂ ਮਹਾਰਾਜ ਨੇ ਇਹ ਓ ਸ਼ਬਦ ਕਿਹਾ, ਕਹਿੰਦੇ ਮਹਾਰਾਜ ਉਹ ਕਹਿ ਦਿੰਦੇ ਠੀਕ ਸੀ, ਅੰਕਾਰ ਕਿਉਂ ਨਾਲ ਕਿਹਾ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਇਹ ਤ੍ਰਿਧਾ ਮੰਤਰ ਵੈ, ਬੜੇ ਪ੍ਰਕਾਰ ਦੇ ਭੇਦ ਪੈ ਚੁੱਕੇ ਹੈ। ਹਰੇਕ ਮਤ ਵਾਲੇ ਨੇ ਆਪਣੇ ਤਰ੍ਹਾਂ ਦਾ ਸਾਧ ਸੰਗਤ ਜੀ ਭੇਦ ਬਣਾਇਆ ਹੋਇਆ ਤੇ 63 ਪ੍ਰਕਾਰ ਦੇ ਭੇਦਾਂ ਨੂੰ ਸਤਿਗੁਰਾਂ ਜੀ ਨੇ ਮੇਟ ਕੇ ਨਾਲ ਅੰਕਾਰ ਲਾਇਆ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਇਹਨੂੰ ਤ੍ਰਿਵਿਧ ਮੰਤਰ ਸਮਝਦੇ ਹੋ, ਪਰ ਇਹਦੇ ਵਿੱਚ ਨਿਰੰਕਾਰ ਕਿੱਥੇ ਹੈ। ਇਹ ਮਹਾਰਾਜ ਕਹਿੰਦੇ ਭਾਈ ਜਿਹੜੀ ਕਾਰ ਵੈ ਇਹ ਨਿਰੰਕਾਰ ਦੀ ਵਾਚਕ ਵੈ।
ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਇਹ ਇੱਕ ਓੰਕਾਰ ਸ਼ਬਦ ਆਪਣੇ ਸ੍ਰੀ ਕੰਠ ਤੋਂ ਉਚਾਰਨ ਕੀਤਾ। ਫਿਰ ਮਹਾਰਾਜ ਜੀ ਨੇ ਸਾਧ ਸੰਗਤ ਜੀ ਇਹ ਬਖਸ਼ਿਸ਼ ਕੀਤੀ ਹੈ ਕਿ ਉਹਦੇ ਵਰਗਾ ਕੋਈ ਹੋਰ ਨਹੀਂ, ਕਿਉਂਕਿ ਉਹ ਸਵਜਾਤੀ ਵਜਾਤੀ ਸਵੈਗਤ ਭੇਦ ਰਹਿਤ ਹੈ। ਜਿਹੜੀ ਸਹਿਜਾਤੀ ਹੁੰਦੀ ਹੈ ਆਪਣੇ ਵਰਗੇ ਹੋਰ ਵੀ ਮਨੁੱਖ ਹੋਣੇ, ਵਜਾਤੀ ਹੁੰਦੀ ਜਿਵੇਂ ਪਸ਼ੂ ਹੈ ਪੰਛੀ ਹੈ। ਫਿਰ ਸਾਧ ਸੰਗਤ ਜੀ ਸਵੈਗਤ ਭੇਦ ਹੁੰਦਾ, ਜਿਵੇਂ ਰੁੱਖ ਦੇ ਪੱਤੇ ਵੱਖਰੇ ਹੁੰਦੇ ਆ, ਫਲ ਵੱਖਰੇ ਹੁੰਦੇ ਆ, ਹੋਰ ਤਰ੍ਹਾਂ ਦੇ ਆ। ਸਾਡੇ ਸਰੀਰ ਵਿੱਚ ਸਵੈਗਤ ਭੇਦ ਹੈ। ਸਾਡੇ ਹੱਥ ਜਿਹੜੇ ਆ ਮੂੰਹ ਨਾਲ ਨਹੀਂ ਰਲਦੇ, ਪੈਰ ਜਿਹੜੇ ਹੱਥਾਂ ਨਾਲ ਮੇਲ ਨਹੀਂ ਖਾਂਦੇ, ਇਹ ਸਵੈਗਤ ਭੇਦ ਹੁੰਦਾ ਹੈ। ਪਰਮੇਸ਼ਰ ਇਹਨਾਂ ਵਿੱਚੋਂ ਵੀ ਸਾਧ ਸੰਗਤ ਜੀ ਕੋਈ ਨਹੀਂ ਕਿ ਉਹਦੇ ਵਰਗਾ ਕੋਈ ਹੋਰ ਜਾਤੀ ਦਾ ਹੋਊਗਾ ਏਡਾ ਸ਼ਕਤੀ ਵਾਲਾ, ਜਾਂ ਸਵੈ ਜਾਤੀ ਵਰਗਾ ਕੋਈ ਹੋਊਗਾ, ਜਾਂ ਸਵੈਗਤ ਭੇਦ ਰਹਿਤ ਕੋਈ ਹੋਰ ਹੋਵੇਗਾ ਉਹਦੇ ਵਰਗਾ ਨਹੀਂ। ਮਹਾਰਾਜ ਕਹਿੰਦੇ ਭਾਈ ਉਹਦੇ ਵਰਗਾ ਕੋਈ ਹੋਰ ਨਹੀਂ ਸਿੱਧੋ। ਇਸ ਕਰਕੇ ਅਸੀਂ ਇਹ ਓੰਕਾਰ ਸ਼ਬਦ ਜਿਹੜਾ ਉਚਾਰਨ ਕੀਤਾ ਹੈ ਉਹ ਇੱਕ ਹੈ। ਸਤਨਾਮ ਹਜੂਰ ਕਹਿੰਦੇ ਭਾਈ ਉਹਦਾ ਨਾਮ ਜਿਹੜਾ ਨਾ, ਜੋ ਸਾਧ ਸੰਗਤ ਜੀ ਕੀਰਤਮ ਨਾਮ ਕਥੇ ਤੇਰੇ ਜਿਹਬਾ, ਸਤਨਾਮ ਤੇਰਾ ਪਰਾਪੂਰਬਲਾ। ਇਹ ਜਿਹੜਾ ਪਰਾਪੂਰਬਲਾ ਨਾਮ ਸਤਿਗੁਰੂ ਜੀ ਨੇ ਉਚਾਰਨ ਕੀਤਾ ਹੈ। ਬਾਕੀ ਕੀਰਤਮ ਨਾਮ ਨੇ ਸੱਚੇ ਪਾਤਸ਼ਾਹ ਜੀ ਕਹਿੰਦੇ ਉਹਦਾ ਨਾਮ ਤ੍ਰਈ ਕਾਲ ਆਬਾਦ ਵੈ, ਸਤ ਵੈ ਤੇ ਨਾਮ ਪ੍ਰਸਿੱਧ ਵੈ। ਨਾਮ ਕਰਕੇ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਸਭ ਇਹ ਪੈਦਾ ਹੋਇਆ ਹੈ, ਨਾਮ ਕਰਕੇ ਸਭ ਕੁਝ ਟਿਕਿਆ ਹੋਇਆ। ਵੇਦਾਂ ਸ਼ਾਸਤਰਾਂ ਵਿੱਚ ਵੀ ਨਾਮ ਦੀ ਮਹਿਮਾ ਹੈ ਤੇ ਨਾਮ ਦੀ ਮਹਿਮਾ ਉਹ ਕਹਿ ਨਹੀਂ ਸਕਦੇ। ਜਿਵੇਂ ਤੁਲਸੀਦਾਸ ਜੀ ਨੇ ਵੀ ਕਿਹਾ ਕਿ ਭਾਵੇਂ ਕਿ ਸ਼੍ਰੀ ਰਾਮਚੰਦਰ ਜੀ ਤ੍ਰੇਤੇ ਦੇ ਅਵਤਾਰ ਹੋਏ ਹੈ, ਪਰ ਰਾਮ ਨਾ ਸਕੇ ਰਾਮ ਗੁਣ ਗਾਈ। ਕਹਿੰਦੇ ਰਾਮਚੰਦਰ ਜੀ ਵੀ ਰਾਮ ਦੇ ਗੁਣਾਂ ਨੂੰ ਕਹਿ ਨਹੀਂ ਸਕੇ ਕਿ ਨਿਰੰਕਾਰ ਦੇ ਗੁਣ ਕਿੰਨੇ ਆ, ਬੇਅੰਤ ਵੈ। ਉਹਦਾ ਨਾਮ ਮਹਾਰਾਜ ਕਹਿੰਦੇ ਭਾਈ ਪ੍ਰਸਿੱਧ ਵੈ, ਸਭ ਥਾਵਾਂ ਤੇ ਜਾਣਿਆ ਜਾਂਦਾ ਏ। ਕਰਤਾ ਪੁਰਖ ਫਿਰ ਕਹਿੰਦੇ ਮਹਾਰਾਜ ਸਤਨਾਮ ਕਹਿਤਾ, ਕਰਤਾ ਕਿਉਂ ਕਿਹਾ? ਮਹਾਰਾਜ ਕਹਿੰਦੇ ਕਿਹਾ ਉਹ ਸਾਰੀ ਸ੍ਰਿਸ਼ਟੀ ਨੂੰ ਕਰਨ ਵਾਲਾ ਹੈ। ਫਿਰ ਮਹਾਰਾਜ ਕਰਤਾ ਕਹਿਤਾ ਠੀਕ ਸੀ, ਪੁਰਖ ਕਿਉਂ ਕਿਹਾ? ਮਹਾਰਾਜ ਕਹਿੰਦੇ ਉਹ ਪੂਰਨਮ ਹੈ। ਜਿਹੜਾ ਕਰਤਾ ਤੇ ਫਿਰ ਘੁਮਿਆਰ ਵੀ ਆ ਭਾਂਡੇ ਦਾ, ਤੇ ਸਤਿਗੁਰੂ ਜੀ ਕਹਿੰਦੇ ਪੂਰਨ ਨਹੀਂ ਨਾ, ਭਾਂਡੇ ਵਿੱਚ ਨਹੀਂ ਸਮਾਇਆ ਹੋਇਆ। ਜਿਹੜੇ ਸਰੀਰਾਂ ਰੂਪੀ ਭਾਂਡੇ ਬਣਾਏ ਹੋਏ ਆ ਨਾ, ਇਹਨਾਂ ਵਿੱਚ ਪੂਰਨ ਵੀ ਆਪ ਸਮਾਇਆ ਹੋਇਆ ਹੈ, ਹਰ ਥਾਂ ਦੇ ਉੱਤੇ, ਹਰ ਸਰੀਰ ਦੇ ਅੰਦਰ ਮਿਲਿਆ ਹੋਇਆ ਹੈ। ਉਹ ਕਰਤਾ ਵੈ, ਕਰਨ ਵਾਲਾ ਹੈ ਸਾਰੀ ਕਾਇਨਾਤ ਨੂੰ। ਫਿਰ ਪੁਰਖ ਪੂਰਨ ਵੈ, ਸਭ ਦੇ ਅੰਦਰ ਸਮਾਇਆ ਹੋਇਆ ਏ। ਫਿਰ ਮਹਾਰਾਜ ਨੂੰ ਕਹਿੰਦੇ ਸਤਿਗੁਰੂ ਜੀ ਇਹ ਕਰਤਾ ਪੁਰਖ ਕਹਿਤਾ, ਨਿਰਭਉ ਕਹਿਣ ਦੀ ਕੀ ਲੋੜ ਸੀ? ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਨਿਰਭਉ ਤਾਂ ਫਿਰ ਰਾਜੇ ਵੀ ਹੋਏ, ਰਾਵਣ ਵਰਗੇ ਜਿਹੜੇ ਡਰਦੇ ਨਹੀਂ ਸੀ ਕਿਸੇ ਕੋਲੋਂ। ਉਹ ਹਰਨਾਕਸ਼ ਵੀ ਕਹਿੰਦਾ ਸੀ ਕਿ ਮੈਂ ਹੀ ਮੈਂ ਆ, ਮੇਰੇ ਤੋਂ ਪਰਾ ਕੀ ਆ। ਫਿਰ ਉਹਨਾਂ ਦਾ ਮਹਾਰਾਜ ਕਹਿੰਦੇ ਵਾਚਕ ਸਮਝ ਲੈਣਾ ਸੀ, ਇਸ ਕਰਕੇ ਅਸੀਂ ਦੱਸਿਆ ਉਹ ਨਿਰਭਉ ਹੈ। ਉਹ ਕਿਸੇ ਕੋਲੋਂ ਮਹਾਰਾਜ ਕਹਿੰਦੇ ਭਾਈ ਡਰਦਾ ਨਹੀਂ ਆ। ਨਿਰਵੈਰ ਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਤੁਸੀਂ ਇਹ ਨਿਰਵੈਰ ਕਿਉਂ ਆਖਿਆ? ਮਹਾਰਾਜ ਕਹਿੰਦੇ ਭਾਈ ਨਿਰਵੈਰ ਤਾਂ ਫਿਰ ਇਸ ਪ੍ਰਕਾਰ ਜਿਹੜੇ ਸੰਤ ਭਗਤ ਵੀ ਹੁੰਦੇ ਆ, ਉਹ ਕਿਸੇ ਨਾਲ ਵੈਰ ਨਹੀਂ ਕਰਦੇ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਉਹਦਾ ਕਿਸੇ ਨਾਲ ਵੈਰ ਨਹੀਂ ਹੈ, ਪਰ ਅੱਗੇ ਦੱਸਦੇ ਹਨ ਉਹ ਲੱਛਣ। ਅਕਾਲ ਮੂਰਤ ਮਹਾਰਾਜ ਕਹਿੰਦੇ ਪਰ ਸੰਤ ਭਗਤ ਅਕਾਲ ਨਹੀਂ ਨਾ ਹੁੰਦੇ, ਉਹਨਾਂ ਦੇ ਸਰੀਰਾਂ ਨੂੰ ਕਾਲ ਖਾ ਜਾਂਦਾ ਹੈ। ਇਸ ਕਰਕੇ ਉਹ ਕਾਲ ਤੋਂ ਰਹਿਤ ਹੈ, ਨਿਰਭਉ ਵੀ ਹੈ, ਨਿਰਵੈਰ ਵੀ ਹੈ, ਕਿਸੇ ਨਾਲ ਵੈਰ ਵੀ ਨਹੀਂ ਉਸਦਾ। ਇਹ ਸਾਰੇ ਵਾਹਿਗੁਰੂ ਦੇ ਸਰੂਪ ਲੱਖਣ ਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਕਹੇ। ਮੂਲ ਮੰਤਰ ਜੋ ਹੈ ਨਾ ਇਹ ਸਰੂਪ ਲੱਖਣ ਹੈ, ਗੁਰਪ੍ਰਸਾਦ ਤੱਕ ਸਾਰੇ ਸਰੂਪ ਲੱਖਣ ਮਹਾਰਾਜ ਜੀ ਨੇ ਕਹੇ ਆ ਵਾਹਿਗੁਰੂ ਜੀ ਦੇ। ਤੋ ਸਤਿਗੁਰੂ ਜੀ ਕਹਿੰਦੇ ਭਾਈ ਉਹ ਸੰਤ ਭਗਤ ਜਿਹੜੇ ਹੈ ਉਹਨਾਂ ਦੇ ਸਰੀਰਾਂ ਨੂੰ ਕਾਲ ਖਾ ਜਾਂਦਾ, ਪਰ ਮੇਰੇ ਵਾਹਿਗੁਰੂ ਦੇ ਸਰੀਰ ਨੂੰ, ਉਹਦੇ ਸਰੂਪ ਨੂੰ ਕਾਲ ਨਹੀਂ ਖਾਂਦਾ। ਫਿਰ ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਕਹਿੰਦੇ ਮਹਾਰਾਜ ਇਹ ਮੂਰਤ ਕਿਉਂ ਕਿਹਾ? ਮਹਾਰਾਜ ਕਹਿੰਦੇ ਭਾਈ ਉਹ ਹਸਤੀ ਦੇ ਸਹਿਤ ਵਾ, ਉਹਦੀ ਹਸਤੀ ਹੈ। ਜਿਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੂੰ ਪੰਡਤ ਨੇ ਕਿਹਾ ਸੀ, ਦਸਮ ਬਾਣੀ ਦੇ ਅਰਥ ਸੁਣਦੇ ਆ, ਜਾਪ ਸਾਹਿਬ ਦੇ ਅਰਥ ਮਹਾਰਾਜ ਸ਼੍ਰੀ ਆਨੰਦਪੁਰ ਸਾਹਿਬ ਕੀਤੇ ਆ। ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਕਿਹਾ ਕਿ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹੇ, ਰੂਪ ਰੰਗ ਅਰ ਰੇਖ ਭੇਖ ਕਉ ਕਹਿ ਨਾ ਸਕਤ ਕੇ। ਕਹਿੰਦਾ ਮਹਾਰਾਜ ਫਿਰ ਉਹ ਪਰਮੇਸ਼ਰ ਕੁਝ ਵੀ ਨਹੀਂ ਹੋਣਾ। ਮਹਾਰਾਜ ਕਹਿੰਦੇ ਨਹੀਂ, ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤ ਤੋਜ ਕਹਿਜੈ। ਮਹਾਰਾਜ ਕਹਿੰਦੇ ਉਹਦੀ ਟਿਕੇ ਰਹਿਣ ਵਾਲੀ ਮੂਰਤ ਵੈ, ਹਸਤੀ ਦੇ ਸਹਿਤ ਵੈ। ਫਿਰ ਹਜੂਰ ਕਹਿੰਦੇ ਅਜਨਮਾ ਸਰੂਪ ਹੈ, ਉਹਨੂੰ ਜਨਮ ਲੈ ਕੇ ਨਹੀਂ ਆਉਣਾ ਪੈਂਦਾ। ਜੇ ਨਰਸਿੰਘ ਰੂਪ ਵਿੱਚ ਹੋ ਕੇ ਪ੍ਰਗਟ ਹੋਏ ਸੀ ਤੇ ਕਿਹੜਾ ਕਿਸੇ ਜੂਨੀ ਰਾਹੀਂ ਆਏ ਸੀ। ਅਜਨਮਾ ਸਰੂਪ ਹੈ ਪਰਮੇਸ਼ਰ ਵਾਹਿਗੁਰੂ।
ਫਿਰ ਸੱਚੇ ਪਾਤਸ਼ਾਹ ਜੀ ਕਹਿੰਦੇ ਸਹਿ ਭੰਗ ਸੁਤੇ ਪ੍ਰਕਾਸ਼ ਹੈ, ਆਪਣੇ ਆਪ ਤੋਂ ਪ੍ਰਕਾਸ਼ਮਾਨ ਹੈ। ਗੁਰ ਪ੍ਰਸਾਦ ਗੁਰੂ ਸਾਹਿਬ ਦੀ ਪ੍ਰਸਾਦ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਗੁਰ ਕਹੀਏ ਸਾਧ ਸੰਗਤ ਜੀ, ਗੋ ਤੋਂ ਹੁੰਦਾ ਗੁਬਾਰ, ਗੁਬਾਰ ਤੋਂ ਹੈ ਹਨੇਰਾ ਅਗਿਆਨ ਦਾ, ਰੂ ਤੋਂ ਹੈ ਰੌਸ਼ਨੀ। ਜਿਹੜਾ ਅਗਿਆਨ ਦੇ ਹਨੇਰੇ ਨੂੰ ਕੱਟ ਕਰਕੇ ਰੌਸ਼ਨੀ ਦਾ ਪ੍ਰਕਾਸ਼ ਕਰ ਦੇਵੇ ਉਸ ਨੂੰ ਗੁਰੂ ਕਹਿੰਦੇ ਆ। ਤੇ ਪ੍ਰਸਾਦ ਹੁੰਦੀ ਹੈ ਕਿਰਪਾ। ਜਦੋਂ ਗੁਰੂ ਸਾਹਿਬ ਦੀ ਐਸੀ ਪ੍ਰਸਾਦ ਕਿਰਪਾ ਵਰਤਦੀ ਹੈ ਨਾ, ਚਾਨਣ ਪ੍ਰਕਾਸ਼ ਹੁੰਦਾ ਹੈ। ਇਹ ਵਾਹਿਗੁਰੂ ਦੇ ਸਰੂਪ ਲੱਖਣ ਫਿਰ ਅੰਦਰ ਪ੍ਰਗਟ ਹੋ ਜਾਂਦੇ ਆ। ਜਪ ਹਜੂਰ ਬਾਣੀ ਦਾ ਨਾਮ ਉਚਾਰਨ ਕਰਦੇ ਆ ਸੱਚੇ ਪਾਤਸ਼ਾਹ। ਜਪ ਬਾਣੀ ਦਾ ਨਾਮ ਹੈ ਸ੍ਰੀ ਜਪਜੀ ਸਾਹਿਬ। ਆਦ ਸੱਚ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆਦ ਭਾਈ ਮੁੱਢ ਵਿੱਚ ਵੀ ਅਕਾਲ ਪੁਰਖ ਵਾਹਿਗੁਰੂ ਸੱਚ ਸੀਗਾ। ਜਦੋਂ ਇਹ ਕੋਈ ਰਚਨਾ ਨਹੀਂ ਸੀ ਬਣੀ, ਜਦੋਂ ਅਰਬਦ ਨਰਬਦ ਧੁੰਦੂਕਾਰਾ, ਧੁੰਦ ਹੀ ਧੁੰਦ ਸੀਗੀ, ਕੁਛ ਨਹੀਂ ਸੀਗਾ, ਉਦੋਂ ਵੀ ਵਾਹਿਗੁਰੂ ਆਪ ਸੀਗਾ। ਜੁਗਾਦ ਸੱਚ ਜਦੋਂ ਜੁਗਾਂ ਦੀ ਮਰਿਆਦਾ ਥਾਪ ਦਿੱਤੀ ਉਦੋਂ ਵੀ ਮਹਾਰਾਜ ਕਹਿੰਦੇ ਭਾਈ ਸੱਚ ਸੀਗਾ ਮੇਰਾ ਵਾਹਿਗੁਰੂ। ਹੈ ਭੀ ਸੱਚ ਮਹਾਰਾਜ ਕਹਿੰਦੇ ਹੁਣ ਵੀ ਭਾਈ ਸੱਚਾ ਏ। ਨਾਨਕ ਹੋਸੇ ਭੀ ਸੱਚ ਹਜੂਰ ਕਹਿੰਦੇ ਭਾਈ ਆਉਣ ਵਾਲੇ ਸਮੇਂ 'ਚ ਵੀ ਉਹ ਸਦਾ ਸੱਚ ਰਹੇਗਾ। ਜੇ ਨਿਸ਼ਚੇ ਵਾਚਕ ਮਹਾਰਾਜ ਨੇ ਕਿਹਾ ਤੇ ਭਾਈ ਵਾਹਿਗੁਰੂ ਜੀ ਦੀ ਬਾਬਤ ਕਿਹਾ ਕਿ ਉਹ ਸਦਾ ਸਦਾ ਲਈ ਤ੍ਰਈ ਕਾਲ ਆਬਾਦ ਸਤ ਸਰੂਪ ਹੈ। ਇਹ ਸਾਧ ਸੰਗਤ ਜੀ ਕੇਵਲ ਮੋਟੇ ਤੌਰ ਵਿੱਚ ਅਰਥ ਕੀਤੇ ਹੈ। ਮੂਲ ਮੰਤਰ ਦਾ ਵਿਸਥਾਰ ਬਹੁਤ ਹੈ। ਭਾਵੇਂ ਕਿ ਦਾਸ ਨੇ ਪਹਿਲਾਂ ਬੇਨਤੀ ਕੀਤੀ ਸੀਗੀ ਕਿ ਇਸ ਪਵਿੱਤਰ ਬਾਣੀ ਦੇ ਅਰਥ ਜਿਹੜੇ ਆ ਉਹ ਬ੍ਰਹਮ ਨਾਲ ਜੁੜੀ ਹੋਈ ਕੋਈ ਬ੍ਰਹਮ ਆਤਮਾ ਹੀ ਕਰ ਸਕਦੀ ਹੈ। ਫਿਰ ਵੀ ਅਸੀਂ ਵਿਦਿਆਰਥੀਆਂ ਮਹਾਂਪੁਰਸ਼ਾਂ ਸਾਨੂੰ ਜਿਹੋ ਜੀ ਵਿੱਦਿਆ ਬਖਸ਼ਿਸ਼ ਕੀਤੀ ਹੈ ਉਹ ਸਾਧ ਸੰਗਤ ਜੀ ਵਿੱਦਿਆ ਦੇ ਮੁਤਾਬਕ ਸਾਡਾ ਯਤਨ ਹੁੰਦਾ ਹੈ ਕਿ ਪੜ੍ਹ ਕਰਕੇ ਸਿੱਖ ਸੰਗਤਾਂ ਦੇ ਅੰਦਰ ਉਹਦਾ ਪ੍ਰਚਾਰ ਕੀਤਾ ਜਾਵੇ, ਸਿੱਖਾਂ ਨੂੰ ਗਿਆਨ ਪ੍ਰਾਪਤ ਹੋਵੇ। ਪਰ ਸਾਧ ਸੰਗਤ ਜੀ ਨਿਯਮ ਨਾਲ ਜਿਵੇਂ ਚੱਲਦਿਆਂ ਹੋਇਆਂ, ਕਿਉਂਕਿ ਹੁਣ ਜੇ 6-7 ਦਿਨ ਲਾਈਏ ਤਾਂ ਫਿਰ ਲੰਮਾ ਸਾਧ ਸੰਗਤ ਜੀ ਅਰਥ ਜਿਹੜੇ ਆ ਉਹ ਫਿਰ ਵੀ ਬੜੇ ਵਿਸਥਾਰ ਵਾਲੇ ਆ। ਪਰ ਕੱਲ ਤੋਂ ਅੱਗੇ ਪੌੜੀਆਂ ਦੇ ਅਰਥ ਸਾਧ ਸੰਗਤ ਜੀ ਜਿਹੜੇ ਹਨ ਪਹਿਲੀ ਪੌੜੀ ਤੋਂ ਚੱਲਣਗੇ। ਜਿਵੇਂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਰਹਿਮਤ ਕਰਨਗੇ, ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਪਵਿੱਤਰ ਉਪਦੇਸ਼ ਆਪ ਜੀ ਨੇ ਸਰਵਣ ਕਰਨਾ, ਹੋਈਆਂ ਬੇਅੰਤ ਭੁੱਲਾਂ ਬਖਸ਼ ਲੈਣੀਆਂ, ਅੱਗੇ ਵਾਸਤੇ ਸਮੱਤ ਬਖਸ਼ਣੀ ਜੀ। ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਅਚੁੱਤ ਹੈ ਪਾਰ ਬ੍ਰਹਮ